ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। मैं नाही किश हो नाही, किश आहे ना मूरा। अवसर लज्जा राख लिहो, सदना जन तूरा। मैं नाही कछ हो नाही, किश आहे ना मूरा। अवसर लज्जा राख लिहो, सदना जन तूरा। पंडित सूर छत्रपत राजा, भगत बराबर और न कोय। जैसे पुरैन पात रह जल समीप, भन रविदास जन्मै जागोए। सुकाओ होटल गुर सेवियै, अहनस सहज सुभाए। दर्शन परसै गुरु कै, जन्म मरण दुख जाए। होवै सिफत संबंधी, दूर अरसों कुरसों चटिया। तुद डिठे सच्चे पातशाह, भल जन्म जन्म दी। तुद डिठे सच्चे पातशाह, भल जन्म जन्म दी कटिया। सतनाम श्री वाहिगुरु साहिब जीओ। बाणी सदने की राग बिलावल, एक ओंकार सतगुर प्रसाद। निरप कन्या के कारण, एक भया भेख तारी। कामार्थी स्वार्थी, वाकी पैज सवारी। तब गुण कहाँ जगत गुरा, जो कर्म ना नासा। सिंह सरन कत जाइए, जो जम्बक ग्रासै। निरप कन्या के कारण, एक भया भेख तारी। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। सतगुरु किरपा कर रहे। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਮਹਾਰਾਜ ਜੀਆਂ ਨੇ ਸਤ ਸੰਗਤ ਦੁਆਰਾ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੀ ਗੁਰਬਾਣੀ ਪੜ੍ਹਨ ਵਾਸਤੇ, ਸਰਵਨ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਇਸ ਵੇਲੇ ਸਤਿਗੁਰੂ ਜੀ
ਸਾਨੂੰ ਲੜੀਵਾਰ ਜੋ ਗੁਰਬਾਣੀ ਦੀ ਕਥਾ ਹੈ ਉਸ ਦੇ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਬਿਲਾਵਲ ਰਾਗ ਦੀ ਇਹ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਸਦਨੇ ਕੀ ਰਾਗ ਬਿਲਾਵਲ। ਸੋ ਇਹ ਬਿਲਾਵਲ ਰਾਗ ਹੈ ਅਤੇ ਇਸ ਰਾਗ ਦੇ ਅੰਦਰ ਜੋ ਭਗਤ ਸਧਨਾ ਜੀ ਹੋਏ ਨੇ ਇਹ ਉਹਨਾਂ ਦੀ ਬਾਣੀ ਹੈ। 15 ਭਗਤਾਂ ਵਿੱਚੋਂ ਇੱਕ ਭਗਤ ਦਾ ਨਾਮ ਭਗਤ ਸਧਨਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਸ਼ਬਦ ਹੈ ਭਗਤ ਸਧਨਾ ਜੀ ਦਾ, ਜੋ ਇੱਥੇ ਮਹਾਰਾਜ ਨੇ ਲਿਖਿਆ 858 ਅੰਗ ਦੇ ਉੱਪਰ। ਭਗਤ ਸਧਨਾ ਦੀ ਬਾਣੀ ਇੱਕ ਸ਼ਬਦ ਦੇ ਰੂਪ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਇਤਿਹਾਸਕਾਰ ਦੱਸਦੇ ਨੇ ਕਿ ਜੋ ਸਿੰਧ ਹੈਦਰਾਬਾਦ ਦਾ ਇਲਾਕਾ ਹੈ ਨਾ, ਇਸ ਇਲਾਕੇ ਦੇ ਰਹਿਣ ਵਾਲੇ ਸਹਿਵਾਨ ਨਾਮ ਦਾ ਉਹ ਨਗਰ ਹੈ, ਸਹਿਵਨ ਨਾਮ ਦਾ ਨਗਰ ਹੈ। ਇੱਥੋਂ ਦੇ ਭਗਤ ਸਧਨਾ ਜੀ ਹੋਏ ਨੇ ਜੋ ਜਾਤ ਦੇ ਕਸਾਈ ਔਰ ਮੁਸਲਮਾਨ ਸਨ। ਮੁਸਲਮਾਨ ਸਨ ਔਰ ਕਸਾਈ ਦਾ ਕੰਮ ਕਰਿਆ ਕਰਦੇ ਭਗਤ ਸਧਨਾ ਜੀ। ਸੋ ਇਹਨਾਂ ਦਾ ਇਹ ਕੰਮ ਇਹ ਹੈ ਕਿ ਜਿਉਂਦੇ ਜੀਵ ਲੈ ਆਉਣੇ ਮੰਡੀ ਵਿੱਚੋਂ ਖਰੀਦ ਕੇ, ਉਹਨਾਂ ਨੂੰ ਕੱਟ ਕੇ ਉਹਨਾਂ ਦਾ ਮਾਸ ਅੱਗੇ ਦੁਕਾਨ 'ਤੇ ਵੇਚਿਆ ਕਰਦੇ। ਇਸ ਤਰ੍ਹਾਂ ਕਰਦਿਆਂ ਉਮਰ ਦਾ ਬਹੁਤ ਸਾਰਾ ਜਿਹੜਾ ਸਮਾਂ ਸੀ ਉਹ ਲੰਘ ਗਿਆ। ਇੱਕ ਦਿਨ ਕੀ ਹੋਇਆ ਕਿ ਭਗਤ ਸਧਨਾ ਜੀ ਦੇ ਕੋਲ ਇੱਕ ਗ੍ਰਾਹਕ ਆਇਆ। ਗ੍ਰਾਹਕ ਨੇ ਆ ਕੇ ਮਾਸ ਦੀ ਮੰਗ ਕੀਤੀ ਹੈ ਕਿ ਮੈਨੂੰ ਜ਼ਰੂਰ ਬਰ ਜ਼ਰੂਰ ਮਾਸ ਚਾਹੀਦਾ। ਸੋ ਕਈਆਂ ਵਿਦਵਾਨਾਂ ਨੇ ਬਚਨ ਲਿਖੇ ਨੇ ਕਿ ਉਹ ਜਿਹੜਾ ਗ੍ਰਾਹਕ ਹੈ ਕਈ ਦੁਕਾਨਾਂ 'ਤੇ ਗਿਆ ਮਾਸ ਖਰੀਦਣ ਵਾਸਤੇ, ਪਰ ਕਿਤੇ ਉਹ ਮਿਲਿਆ ਨਹੀਂ। ਚਲਦਿਆਂ ਚਲਦਿਆਂ ਜਦੋਂ ਭਾਈ ਸਧਨਾ ਜੀ ਦੇ ਕੋਲ ਆਇਆ, ਮਾਸ ਦੀ ਮੰਗ ਕੀਤੀ, ਤੇ ਭਾਈ ਸਧਨਾ ਜੀ ਕਹਿਣ ਲੱਗੇ ਵੀ ਮਾਸ ਇਸ ਵੇਲੇ ਮੇਰੇ ਕੋਲ ਨਹੀਂ ਹੈ, ਤੇ ਜਿੰਨਾ ਤੈਨੂੰ ਮਾਸ ਚਾਹੀਦਾ ਹੈ ਜੇ ਮੈਂ ਉਹਦੇ ਵਾਸਤੇ ਇੱਕ ਜੀਵ ਮਾਰ ਵੀ ਦੇਵਾਂਗਾ, ਮੰਨ ਲਓ ਬੱਕਰਾ ਵੱਢ ਵੀ ਦੇਵਾਂਗਾ, ਤੈਨੂੰ ਮਾਸ ਥੋੜ੍ਹਾ ਚਾਹੀਦਾ, ਮੇਰਾ ਮਾਸ ਖਰਾਬ ਹੋ ਜਾਏਗਾ। ਉਹਦਾ ਕਾਰਨ ਕੀ ਹੈ ਵੀ ਅੱਜ 10ਵੀਂ ਦਾ ਦਿਨ ਹੈ, ਤੂੰ ਅੱਜ ਮੇਰੇ ਕੋਲ ਮਾਸ ਲੈ ਕੇ ਜਾਵੇਂਗਾ, ਮੈਨੂੰ ਅੱਜ ਬੱਕਰਾ ਮਾਰਨਾ ਪਵੇਗਾ, ਕੱਲ੍ਹ ਨੂੰ ਇਕਾਦਸ਼ੀ ਹੈ ਅਤੇ ਇਕਾਦਸ਼ੀ ਦਾ ਵਰਤ ਰੱਖਦੇ ਹਿੰਦੂ ਲੋਕ, ਕੱਲ੍ਹ ਨੂੰ ਮੇਰਾ ਮਾਸ ਕਿਸੇ ਨੇ ਲੈਣਾ ਨਹੀਂ ਵਰਤ ਜਾਣ ਕੇ, ਅਤੇ ਪਰਸੋਂ ਦੁਆਦਸ਼ੀ ਨੂੰ ਜਾ ਕੇ ਇਹ ਵਿਕੇਗਾ ਅਤੇ ਇੰਨੇ ਚਿਰ ਨੂੰ ਇਹ ਮਾਸ ਦੋਵਾਂ ਦਿਨਾਂ ਵਿੱਚ ਮੇਰਾ ਖਰਾਬ ਹੋ ਜਾਏਗਾ, ਵੇਚਣ ਦੇ ਯੋਗ ਨਹੀਂ ਰਹਿ ਜਾਣਾ। ਜੇ ਵਿਕ ਵੀ ਗਿਆ ਤਾਂ ਇਹਦੀ ਪੂਰੀ ਕੀਮਤ ਮੈਨੂੰ ਪ੍ਰਾਪਤ ਨਹੀਂ ਹੋਣੀ ਹੈ, ਇਸ ਕਰਕੇ ਮੈਂ ਤੈਨੂੰ ਇੰਨਾ ਕੁ ਮਾਸ ਦੇ ਨਹੀਂ ਸਕਦਾ। ਉਸ ਗ੍ਰਾਹਕ ਨੇ ਵਾਰ-ਵਾਰ ਤਰਲਾ ਕੀਤਾ ਕਿ ਨਹੀਂ, ਇਹ ਮਾਸ ਜ਼ਰੂਰ ਚਾਹੀਦਾ ਹੈ, ਕਿਉਂਕਿ ਵੈਦ ਹਕੀਮ ਕਹਿ ਰਹੇ ਨੇ ਕਿ ਕੋਈ ਮਰੀਜ਼ ਬਹੁਤ ਜ਼ਿਆਦਾ ਬਿਮਾਰ ਹੈ, ਜੇ ਉਸ ਨੂੰ ਇਹ ਵਸਤੂ ਨਾ ਦਿੱਤੀ ਗਈ, ਮਾਸ ਨਾ ਦਿੱਤਾ ਗਿਆ, ਤਾਂ ਹੋ ਸਕਦਾ ਉਹ ਮਰ ਜਾਵੇ, ਤੁਸੀਂ ਉਹ 'ਤੇ ਦਇਆ ਕਰੋ। ਇਹ ਜਾਣ ਕੇ ਸਧਨਾ ਜੀ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਚਲੋ ਬੱਕਰਾ ਸਾਰਾ ਕੀ ਮਾਰਨਾ ਹੈ, ਇਹਦੇ ਸਰੀਰ ਦਾ ਕੋਈ ਅੰਗ ਹੀ ਕੱਟ ਲਈਏ, ਅੰਗ ਕੱਟ ਕੇ ਇਸ ਨੂੰ ਮਾਸ ਦੇ ਦਈਏ, ਬੱਕਰਾ ਜਿਉਂਦਾ ਰਹੇਗਾ, 2 ਦਿਨਾਂ ਬਾਅਦ ਫਿਰ ਬੱਕਰੇ ਨੂੰ ਵੱਢ ਕੇ ਵੇਚ ਲਵਾਂਗੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਜਦੋਂ ਇਹ ਸਧਨਾ ਕਸਾਈ ਹੱਥ ਵਿੱਚ ਛੁਰੀ ਕੁਹਾੜੀ ਲੈ ਕੇ ਬੱਕਰੇ ਦੇ ਕੋਲ ਗਿਆ ਵੀ ਇਹਦਾ ਕੋਈ ਅੰਗ ਵੱਢ ਲਈਏ, ਅਤੇ ਕਹਿਣ ਲੱਗੇ ਉਸ ਵੇਲੇ ਬੱਕਰੇ ਨੇ ਇਹਦੀ ਇਹ ਕਿਰਿਆ ਵੇਖ ਕੇ ਹੱਸਣ ਅਤੇ ਰੋਣ ਦੀ ਜਿਹੜੀ ਆ ਉਹ ਕਿਰਿਆ ਕਰਕੇ ਵਿਖਾਈ ਹੈ। ਸਧਨਾ ਵੇਖ ਕੇ ਬੜਾ ਹੈਰਾਨ ਹੋਇਆ, ਪੁੱਛਿਆ ਕਿ ਤੂੰ ਹੱਸਿਆ ਅਤੇ ਰੋਣ ਦਾ ਇਹ ਜਿਹੜਾ ਕਿਰਿਆ ਹੈ ਇਹ ਕਿਉਂ ਕੀਤੀ, ਕਾਰਨ ਕੀ ਹੈ? ਅਤੇ ਬੱਕਰੇ ਨੇ ਉਸ ਵੇਲੇ ਦੱਸਿਆ, ਕਹਿਣ ਲੱਗਾ ਵੀ ਸਧਨਾ ਜੀ ਗੱਲ ਇਹ ਆ ਵੀ ਕਈ ਜਨਮ ਤੁਸੀਂ ਬੱਕਰਾ ਬਣੇ, ਕਈ ਜਨਮ ਮੈਂ ਕਸਾਈ ਬਣਿਆ, ਕਦੇ ਮੈਂ ਬੱਕਰਾ ਬਣਦਾ, ਤੁਸੀਂ ਕਸਾਈ ਬਣਦੇ, ਆਪਾਂ ਇੱਕ ਦੂਜੇ ਤੋਂ ਬਦਲਾ ਇਸੇ ਤਰ੍ਹਾਂ ਹੀ ਲੈਂਦੇ ਆਏ ਹਾਂ, ਕਦੇ ਤੁਸੀਂ ਮੈਨੂੰ ਵੱਢ ਦਿੰਦੇ, ਕਦੇ ਮੈਂ ਤੁਹਾਨੂੰ ਵੱਢ ਦਿੰਦਾ, ਪਰ ਅੱਜ ਤੁਸੀਂ ਇਹ ਨਵੀਂ ਭਾਜੀ ਮੇਰੇ 'ਤੇ ਪਾਉਣ ਲੱਗੇ ਹੋ, ਮੇਰੀ ਇੱਕ ਸਰੀਰ ਦਾ ਅੰਗ ਵੱਢ ਦੇਵੋਗੇ, ਮੈਂ ਤੜਫਦਾ ਰਹਾਂਗਾ 2 ਦਿਨ, ਅਤੇ ਫਿਰ ਤੁਸੀਂ ਮੈਨੂੰ ਮਾਰ ਦੇਵੋਗੇ।
ਅੱਜ ਤੇ ਮੈਂ ਇਹ ਦੁੱਖ ਸਹਿ ਲਵਾਂਗਾ, ਰੋਂਦਾ ਕਰਲਾਉਂਦਾ, ਪਰ ਜਦੋਂ ਅਗਲੇ ਜਨਮ ਦੇ ਵਿੱਚ ਮੈਂ ਤੁਹਾਡੇ ਕੋਲੋਂ ਬਦਲਾ ਲਿਆ ਫਿਰ ਤੁਹਾਡਾ ਕੀ ਹਾਲ ਹੋਵੇਗਾ। ਜਦੋਂ ਇਹ ਬਚਨ ਸੁਣਿਆ ਨਾ ਤੇ ਉੱਥੇ ਹੀ ਛੁਰੀ ਕੁਹਾਰੀ ਸੁੱਟ ਦਿੱਤੀ ਵੀ ਇਹ ਕਸਾਈ ਪੁਣਾ ਨਹੀਂ ਕਰਨਾ, ਮੈਂ ਤੇ ਇਹ ਕਸਾਈ ਪੁਣੇ ਦੇ ਕੰਮ ਦੇ ਵਿੱਚ ਕਈ ਜਨਮ ਲੈ ਲਏ। 10ਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ ਭਾਗ ਉਦਮ, ਜਦੋਂ ਬੰਦੇ ਦੇ ਚੰਗੇ ਭਾਗ ਜਾਗਣੇ ਹੋਣ ਨਾ ਉਸ ਵੇਲੇ ਕੋਈ ਨਾ ਕੋਈ ਬਹਾਨਾ ਬਣ ਜਾਂਦਾ। ਉਦੋਂ ਕੰਧਾਂ ਵੀ ਬੰਦੇ ਨੂੰ ਉਪਦੇਸ਼ ਦੇਣ ਲੱਗ ਪੈਂਦੀਆਂ, ਉਦੋਂ ਕੰਧਾਂ ਵਿੱਚੋਂ ਵੀ ਅਕਲ ਆਉਣ ਲੱਗ ਪੈਂਦੀ ਹੈ। ਜਦੋਂ ਬੰਦੇ ਦੇ ਭਾਗ ਖੁੱਲ੍ਹਣੇ ਹੋਣ ਨਾ, ਕਰਮ ਖੁੱਲ੍ਹਣਾ ਹੋਵੇ, ਉਦੋਂ ਫਿਰ ਕਿਸੇ ਨਾ ਕਿਸੇ ਬਹਾਨੇ ਵਿੱਚ ਉਪਦੇਸ਼ ਵੀ ਮਿਲ ਜਾਂਦਾ, ਵਿਅਕਤੀ ਉਸ ਪਾਸੇ ਲੱਗ ਵੀ ਜਾਂਦਾ। ਜਿੰਨਾ ਚਿਰ ਭਾਗ ਨਹੀਂ ਖੁੱਲ੍ਹਦੇ ਉਹਨਾਂ ਚਿਰ ਆਪਾਂ ਕਈ ਵਾਰੀ ਬੜਾ ਕੁਝ ਸੁਣ ਵੀ ਲੈਂਦੇ ਹਾਂ, ਪੜ੍ਹ ਵੀ ਲੈਂਦੇ ਹਾਂ, ਪਰ ਸਾਡੇ ਜੀਵਨ ਦੀ ਗੱਡੀ ਉੱਥੇ ਦੀ ਉੱਥੇ ਖਲੋਤੀ ਹੋਈ ਹੈ। ਜਦੋਂ ਭਾਗ ਖੁੱਲ੍ਹਦਾ ਫਿਰ ਇਹੋ ਜਿਹੀ ਕੋਈ ਨਾ ਕੋਈ ਬਣ ਜਾਂਦੀ ਹੈ ਵਿਧੀ ਕਿ ਵਿਅਕਤੀ ਜਿਹੜਾ ਬਦਲ ਜਾਂਦਾ ਹੈ। ਉਸ ਵੇਲੇ ਸਧਨਾ ਜੀ ਨੇ ਇਹ ਜਿਹੜਾ ਕਾਰਜ ਸੀ ਛੱਡ ਕੇ ਤੇ ਵਿਰਾਗਮਾਨ ਹੋ ਗਏ। ਕਈਆਂ ਵਿਦਵਾਨਾਂ ਨੇ ਵੀ ਬਚਨ ਲਿਖਿਆ ਵੀ ਬੱਚਿਆਂ ਨੇ ਆਖਿਆ, ਪੁੱਤਰਾਂ ਨੇ ਆਖਿਆ ਵੀ ਚਲੋ ਜੇ ਤੁਸੀਂ ਮਾਸ ਵੱਢ ਨਹੀਂ ਸਕਦੇ, ਬੱਕਰਾ ਜਾਂ ਹੋਰ ਕੋਈ ਜੀਵ ਕਤਲ ਨਹੀਂ ਕਰ ਸਕਦੇ, ਤੁਸੀਂ ਦੁਕਾਨ 'ਤੇ ਬੈਠ ਜਾਇਆ ਕਰੋ, ਵੇਚ ਹੀ ਦਿਆ ਕਰੋ। ਅਤੇ ਕੁਝ ਸਮਾਂ ਦੁਕਾਨ 'ਤੇ ਬੈਠੇ ਰਹੇ, ਪਰ ਰੱਬ ਦੀ ਬੰਦਗੀ ਕਰਦੇ ਰਹੇ। ਕੋਈ ਪੂਰਨ ਮਹਾਤਮਾ ਰਸਤੇ ਵਿੱਚ ਜਾਂਦੇ ਹੋਏ ਉਹਨਾਂ ਦੇ ਨਾਲ ਮਿਲਾਪ ਹੋ ਗਿਆ ਅਤੇ ਉਹਨਾਂ ਨੇ ਉਪਦੇਸ਼ ਦਿੱਤਾ। ਕਹਿਣ ਲੱਗੇ ਉਹ ਭਲਿਆ, ਜਿੱਥੇ ਉਹ ਕਸਾਈ ਪੁਣਾ ਛੱਡਿਆ ਉੱਥੇ ਮਾਸ ਵੇਚਣ ਦਾ ਵੀ ਕੰਮ ਛੱਡ ਅਤੇ ਰੱਬ ਦੀ ਬੰਦਗੀ ਕਰ। ਅਤੇ ਕਈਆਂ ਵਿਦਵਾਨਾਂ ਦੀ ਵਿਚਾਰ ਇਹ ਆ ਵੀ ਜਦੋਂ ਇਹਨਾਂ ਨੇ ਕਸਾਈ ਪੁਣਾ ਛੱਡਿਆ ਉਦੋਂ ਹੀ ਬੰਦਗੀ ਦੇ ਵੱਲ ਲੱਗ ਗਏ। ਹਰ ਵੇਲੇ ਬੰਦਗੀ ਵਿੱਚ ਸਿਮਰਨ ਵਿੱਚ ਜੁੜੇ ਰਹਿੰਦੇ ਔਰ ਹਿੰਦੂ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਦਾ ਮਨ ਦੇ ਵਿੱਚ ਇੱਛਾ ਜਾਗੀ। ਜਦੋਂ ਇਹ ਇੱਛਾ ਲੈ ਕੇ ਆਪ ਦੀ ਯਾਤਰਾ ਸ਼ੁਰੂ ਕਰਨ ਲੱਗੇ ਤਾਂ ਲੋਕਾਂ ਦੇ ਈਰਖਾ ਮਨ ਵਿੱਚ ਪੈਦਾ ਹੋ ਗਈ। ਮੁਸਲਮਾਨ ਇਸ ਵਾਸਤੇ ਈਰਖਾ ਕਰਨ ਲੱਗ ਪਏ ਵੀ ਇਹ ਸਾਡੇ ਧਰਮ ਦੇ ਵਿੱਚ ਮੁਸਲਮਾਨ ਪੈਦਾ ਹੋਇਆ ਅਤੇ ਇਹਦੇ ਉੱਪਰ ਦੂਜੇ ਧਰਮ ਦਾ ਰੰਗ ਚੜ੍ਹਦਾ ਜਾਂਦਾ ਹੈ, ਸਾਡਾ ਧਰਮ ਛੱਡ ਕੇ ਦੂਜੇ ਪਾਸੇ ਚੱਲਿਆ ਹੈ। ਅਤੇ ਉਹਨਾਂ ਦੇ ਮਨ ਵਿੱਚ ਈਰਖਾ ਦੇ ਨਾਲ ਇਹਦੇ ਨਾਲ ਵਿਰੋਧ ਕਰਨ ਲੱਗ ਪਏ। ਹਿੰਦੂ ਲੋਕ ਤਾਂ ਵਿਰੋਧ ਕਰਨ ਲੱਗ ਪਏ ਵੀ ਇਹ ਮੁਸਲਮਾਨ ਹੈ, ਇਹ ਸਾਡੇ ਧਰਮ ਦੇ ਵਿੱਚ ਆ ਚੱਲਿਆ ਹੈ, ਇਹ ਸਾਡੇ ਧਰਮ ਦੇ ਵਿੱਚ ਆ ਕੇ ਕਈ ਕਰਮ ਕਰੇਗਾ, ਸਾਡਾ ਧਰਮ ਵੀ ਮੈਲਾ ਕਰੇਗਾ, ਇਹਨੂੰ ਸਾਡੇ ਧਰਮ ਵਿੱਚ ਨਹੀਂ ਆਉਣਾ ਚਾਹੀਦਾ। ਉਹਨਾਂ ਨੇ ਆਪਣੀ ਈਰਖਾ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਭਗਤ ਜੀਆਂ ਦੇ ਨਾਲ ਇਹ ਦੋ ਧਰਮਾਂ ਦੇ ਲੋਕ ਜਿਹੜੇ ਸਨ ਉਹ ਵੈਰ ਕਰਨ ਲੱਗ ਪਏ। ਅਤੇ ਭਗਤ ਜੀ ਉਸ ਵੇਲੇ ਤੀਰਥ ਯਾਤਰਾ 'ਤੇ ਪ੍ਰਯਾਗਰਾਜ ਦੀ ਯਾਤਰਾ, ਸਿੰਧ ਦੀ ਯਾਤਰਾ, ਇੱਧਰ ਯਾਤਰਾ ਨੂੰ ਪੱਖਰ ਸੱਖਰ ਨੂੰ ਚੱਲ ਪਏ ਵੀ ਚਲੋ ਯਾਤਰਾ ਕਰਕੇ ਆਈਏ। ਅਤੇ ਯਾਤਰਾ ਕਰਦਿਆਂ ਕਰਦਿਆਂ ਭਗਤ ਜੀ ਤੁਰੇ ਜਾ ਰਹੇ ਅਤੇ ਕਿਸੇ ਵਿਦਵਾਨ ਨੇ ਲਿਖਿਆ ਜਦੋਂ ਸਰਹੰਦ ਦੀ ਧਰਤੀ ਦੇ ਨੇੜੇ ਪਹੁੰਚੇ ਅਤੇ ਇੱਥੇ ਭਗਤ ਜੀ ਦਾ ਸੁੰਦਰ ਸਰੂਪ ਵੇਖ ਕੇ ਕਿਸੇ ਬੀਬੀ ਨੇ ਆਪਣੇ ਮਨ ਦੀ ਜਿਹੜੀ ਵਾਸ਼ਨਾ ਸੀ ਉਹ ਭਗਤ ਜੀਆਂ ਦੇ ਕੋਲ ਪ੍ਰਗਟ ਕੀਤੀ ਕਿ ਮੇਰਾ ਪਤੀ ਬਹੁਤ ਬਿਮਾਰ ਹੈ ਔਰ ਤੁਸੀਂ ਮੇਰੇ ਮਨ ਦੀ ਇਹ ਕਾਮਨਾ ਜਿਹੜੀ ਹੈ ਪੂਰੀ ਕਰੋ। ਭਗਤ ਜੀ ਇਹ ਬਚਨ ਸੁਣ ਕੇ ਜਦੋਂ ਨਾ ਭਗਤ ਜੀਆਂ ਨੇ ਕੀਤੀ ਵੀ ਨਹੀਂ ਮੇਰਾ ਇਸ ਤਰ੍ਹਾਂ ਦਾ ਜੀਵਨ ਨਹੀਂ ਹੈ, ਮੈਂ ਤਾਂ ਰੱਬ ਦੀ ਬੰਦਗੀ ਵਾਲੇ ਪਾਸੇ ਜੁੜਿਆ ਹਾਂ, ਉਸ ਬੀਬੀ ਨੇ ਆਪਣਾ ਪਤੀ ਆਪੇ ਹੀ ਕਤਲ ਕਰ ਦਿੱਤਾ, ਉਹਦਾ ਸਿਰ ਵੱਢ ਕੇ ਵਿਖਾ ਦਿੱਤਾ ਵੀ ਲਓ ਮੈਂ ਤੁਹਾਡੇ ਵਾਸਤੇ ਆਪਣਾ ਪਤੀ ਵੀ ਕਤਲ ਕਰ ਦਿੱਤਾ ਹੈ, ਹੁਣ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਇਸ ਤਰ੍ਹਾਂ ਵੇਖ ਕੇ ਭਗਤ ਜੀ ਉੱਥੋਂ ਦੌੜ ਪਏ ਕਿ ਉਸ ਬੀਬੀ ਨੇ ਰੌਲਾ ਪਾ ਦਿੱਤਾ ਕਿ ਇਸ ਨੇ ਮੇਰੇ ਪਤੀ ਦਾ ਕਤਲ ਕੀਤਾ ਹੈ। ਫਿਰ ਭਗਤ ਜੀਆਂ ਨੂੰ ਸਮੇਂ ਦੇ ਹਾਕਮਾਂ ਨੇ ਸਰਹੰਦ ਦੇ ਨੇੜੇ ਕਹਿੰਦੇ ਉਹ ਮਕਬਰਾ ਬਣਿਆ ਹੈ, ਸਰਹੰਦ ਆਪਾਂ ਦਰਸ਼ਨ ਕਰਨ ਜਾਂਦੇ ਨਾ ਫਤਿਹਗੜ੍ਹ ਸਾਹਿਬ, ਕਹਿੰਦੇ ਉੱਥੇ ਉਹ ਮਕਬਰਾ ਬਣਿਆ ਹੈ ਭਗਤ ਸਧਨਾ ਜੀ ਦੇ ਯਾਦ ਵਿੱਚ, ਜਿੱਥੇ ਇਹਨਾਂ ਨੂੰ ਕੈਦ ਕੀਤਾ ਗਿਆ। ਅਤੇ ਜਦੋਂ ਸਮੇਂ ਦੇ ਹਾਕਮ ਨੂੰ ਪਤਾ ਲੱਗਾ ਕਿ ਇਹ ਭਗਤ ਸਧਨਾ ਜੀ ਝੂਠੇ ਨਹੀਂ ਸੱਚੇ ਹਨ, ਉਸ ਵੇਲੇ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਔਰ ਕਈ ਵਿਦਵਾਨ ਇਹ ਵੀ ਬਚਨ ਲਿਖਦੇ ਸਨ ਕਿ ਭਗਤ ਸਧਨਾ ਜੀ ਦੇ ਹੱਥ ਵੱਢ ਦਿੱਤੇ ਗਏ ਕਿ ਤੂੰ ਇਹ ਕਰਮ ਕੀਤਾ ਹੈ, ਕਿਸੇ ਦੀ ਜੀਵ ਹੱਤਿਆ ਕੀਤੀ ਹੈ, ਕਿਸੇ ਆਦਮੀ ਨੂੰ ਮਾਰਿਆ ਹੈ, ਹੱਥਾਂ ਦੇ ਨਾਲ ਤੇਰੇ ਹੱਥ ਵੱਢ ਦਿੱਤੇ ਜਾਣ। ਹੱਥ ਵੱਢ ਦਿੱਤੇ ਗਏ। ਪਰਮਾਤਮਾ ਨੇ ਇਹੋ ਜਿਹੀ ਕਿਰਪਾ ਕੀਤੀ, ਭਗਤ ਜੀ ਫਿਰ ਉਸੇ ਤਰ੍ਹਾਂ ਹੀ ਉਹਨਾਂ ਨੂੰ ਹੱਥ ਜਿਹੜੇ ਸਾਨੂੰ ਪ੍ਰਾਪਤ ਹੋ ਗਏ। ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਵਿਦਵਾਨਾਂ ਨੇ ਵੱਖ-ਵੱਖ ਗ੍ਰੰਥਾਂ ਵਿੱਚ ਲਿਖੀਆਂ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਆਪਣੇ ਗ੍ਰੰਥ ਦੇ ਵਿੱਚ ਵੀ ਭਗਤ ਸਧਨਾ ਜੀ ਨੇ ਜਿਹੜਾ ਸਰੀਰ ਹੈ ਉਹ ਸਰਹੰਦ ਦੀ ਧਰਤੀ 'ਤੇ ਛੱਡਿਆ ਹੈ, ਪੰਜਾਬ ਦੀ ਧਰਤੀ 'ਤੇ ਛੱਡਿਆ ਹੈ।
ਉੱਥੇ ਉਹਨਾਂ ਦੀ ਯਾਦਗਾਰ ਬਣੀ ਹੈ। ਇਸ ਤਰ੍ਹਾਂ ਇਹ ਵਿਦਵਾਨਾਂ ਦੀ ਵਿਚਾਰ ਹੈ। ਭਾਈ ਕਾਹਨ ਸਿੰਘ ਨਾਭਾ ਨੇ ਉਸ ਮਕਬਰੇ ਨੂੰ ਜਿਹੜਾ ਸਰਹੰਦ ਨੇੜੇ ਬਣਿਆ ਹੈ ਉਹ ਦੱਸਿਆ ਵੀ ਇੱਥੇ ਭਗਤ ਸਧਨਾ ਜੀ ਨੇ ਸਰੀਰ ਛੱਡਿਆ ਹੈ ਅਤੇ ਉਹ ਉਹਨਾਂ ਦੀ ਯਾਦ ਵਿੱਚ ਸਥਾਨ ਬਣਿਆ। ਕਿਸੇ ਵਿਦਵਾਨ ਨੇ ਲਿਖਿਆ ਵੀ ਨਹੀਂ, ਇੱਥੇ ਭਗਤ ਸਧਨਾ ਜੀ ਨੂੰ ਕੈਦ ਕੀਤਾ ਗਿਆ ਸੀ, ਉਹਨਾਂ ਦੇ ਹੱਥ ਵਗੈਰਾ ਵੱਢੇ ਗਏ ਸਨ ਅਤੇ ਇਸ ਵਾਸਤੇ ਉਹ ਸਥਾਨ ਬਣਿਆ ਹੋਇਆ ਹੈ। ਰੋ ਵਿਚਾਰ ਇਸ ਤਰ੍ਹਾਂ ਇਹ ਭਗਤ ਸਧਨਾ ਜੀ ਦਾ ਉਹ ਸਥਾਨ ਜਿਹੜਾ ਹੈ ਇਸ ਸਥਾਨ ਦੇ ਉੱਪਰ ਹੈ। ਆਪਾਂ ਸਰਹੰਦ ਜਦੋਂ ਦਰਸ਼ਨ ਕਰਨ ਵਾਸਤੇ ਜਾਈਏ ਉਸ ਸਥਾਨ ਦੇ ਆਪਾਂ ਦਰਸ਼ਨ ਵੀ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਭਗਤ ਸਧਨਾ ਜੀ ਹੋਏ। ਜਦੋਂ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ, ਦੁਨੀਆ ਉਹਨਾਂ ਦੇ ਨਾਮ ਦੇ ਨਾਲ ਜਾਣਦੀ ਹੈ ਔਰ ਸਲਾਮਾਂ ਕਰਦੀ ਹੈ, ਅਤੇ ਜਿਹੜੇ ਹਿੰਦੂ ਅਤੇ ਮੁਸਲਮਾਨ ਸਨ ਉਹ ਬੜੀ ਭਾਰੀ ਈਰਖਾ ਕਰਦੇ ਵੀ ਇਹਨਾਂ ਦੀ ਜੈ ਜੈਕਾਰ ਕਿਉਂ ਹੋ ਰਹੀ ਹੈ। ਉਸ ਵੇਲੇ ਕਹਿਣ ਲੱਗੇ ਜਿਹੜਾ ਹੈਦਰਾਬਾਦ ਦਾ ਨਿਜ਼ਾਮ ਸੀ ਨਾ ਰਾਜਾ, ਉਹ ਆਪਣੇ ਕਿਲੇ ਦੀ ਕੰਧ ਬਣਾ ਰਿਹਾ ਹੈ। ਜਦੋਂ ਸਾਰਾ ਦਿਨ ਕਾਰੀਗਰ ਕੰਧ ਬਣਾਉਂਦੇ, ਰਾਤ ਨੂੰ ਕੰਧ ਆਪਣੇ ਆਪ ਢਹਿ ਜਾਂਦੀ ਹੈ। ਫਿਰ ਅਗਲੇ ਦਿਨ ਕੰਧ ਬਣਾਉਂਦੇ, ਫਿਰ ਕੰਧ ਢਹਿ ਜਾਂਦੀ ਹੈ। ਉਸ ਵੇਲੇ ਰਾਜੇ ਨੇ ਜੋਤਸ਼ੀ ਬੁਲਾ ਲਿਆ, ਕਾਜੀ ਬੁਲਾ ਲਿਆ, ਪੁੱਛਿਆ ਵੀ ਕਾਰਨ ਕੀ ਹੈ, ਇਹ ਕੰਧ ਡਿੱਗਦੀ ਕਿਉਂ ਹੈ। ਹੁਣ ਜੋਤਸ਼ੀ ਜਿਹੜੇ ਸਨ, ਕਾਜੀ ਸਨ, ਉਹ ਭਗਤ ਸਧਨਾ ਜੀ ਦੇ ਨਾਲ ਬੜੀ ਈਰਖਾ ਕਰਦੇ, ਵੈਰ ਕਰਦੇ। ਉਹਨਾਂ ਨੇ ਆਖਿਆ ਵੀ ਇਹ ਚਲੋ ਬਹਾਨਾ ਬਣ ਗਿਆ। ਕਹਿਣ ਲੱਗੇ ਵੀ ਇਸ ਕੰਧ ਦੇ ਵਿੱਚ ਉਹਦਾ ਨਾਮ ਸਧਨਾ ਹੋਵੇ ਅਤੇ ਉਹ ਕਸਾਈ ਦਾ ਕੰਮ ਕਰਦਾ ਹੋਵੇ, ਇਸ ਤਰ੍ਹਾਂ ਦਾ ਬੰਦਾ ਲਿਆ ਕੇ ਇਸ ਕੰਧ ਵਿੱਚ ਚਿਣ ਦੇ, ਫਿਰ ਇਹ ਕੰਧ ਡਿੱਗੇਗੀ ਨਹੀਂ, ਇਹ ਤੇਰਾ ਕਿਲਾ ਬਣ ਜਾਏਗਾ। ਉਸੇ ਵੇਲੇ ਹੈਦਰਾਬਾਦ ਦੇ ਨਿਜ਼ਾਮ ਨੇ, ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਹਦਾ ਨਾਮ ਸਧਨਾ ਹੋਵੇ ਔਰ ਜਾਤ ਦਾ ਕਸਾਈ ਦਾ ਕੰਮ ਕਰਦਾ ਹੋਵੇ, ਜਿੱਥੇ ਕਿਤੇ ਵੀ ਮਿਲੇ ਉਸ ਨੂੰ ਪਕੜ ਕੇ ਲਿਆਓ, ਮੈਂ ਵੱਡਾ ਭਾਰੀ ਇਨਾਮ ਦੇਵਾਂਗਾ। ਇਨਾਮ ਦੇ ਲਾਲਚ ਵਿੱਚ ਆ ਕੇ ਲੋਕਾਂ ਨੇ ਇਹ ਸਧਨਾ ਜੀ ਨੂੰ ਪਕੜਿਆ ਅਤੇ ਰਾਜੇ ਦੇ ਕੋਲ ਜਾ ਕੇ ਪਹੁੰਚਾ ਦਿੱਤਾ। ਰਾਜੇ ਨੇ ਪੁੱਛਿਆ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਮ ਸਧਨਾ ਹੈ। ਕੀ ਕੰਮ ਕਰਦਾ ਹੈ? ਕਹਿਣ ਲੱਗਾ ਵੀ ਪਹਿਲਾਂ ਤਾਂ ਕਸਾਈ ਦਾ ਕੰਮ ਕਰਿਆ ਕਰਦਾ। ਰਾਜੇ ਨੇ ਬਚਨ ਸੁਣ ਕੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ। ਕਹਿਣ ਲੱਗਾ ਵੀ ਇਸ ਨੂੰ ਚਿਣ ਦਿਓ ਕੰਧ ਵਿੱਚ, ਅਤੇ ਇਹ ਕਿਲੇ ਦੀ ਕੰਧ ਜਿਹੜੀ ਹੈ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਸੋ ਉਸ ਵੇਲੇ ਬਚਨ ਸੁਣ ਕੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਭਗਤ ਸਧਨਾ ਜੀ ਨੂੰ ਕੰਧ ਦੇ ਉੱਪਰ ਖੜਾ ਕਰ ਦਿੱਤਾ ਅਤੇ ਜਿਹੜੀ ਕੰਧ ਹੈ ਉਸ ਨੂੰ ਚਿਣਨ ਵਾਸਤੇ, ਇੱਟਾਂ ਲਾਉਣ ਵਾਸਤੇ ਲੱਗ ਪਏ। ਅਤੇ ਭਗਤ ਸਧਨਾ ਜੀ ਜਿਸ ਵੇਲੇ ਉਹਨਾਂ ਨੂੰ ਚਿਣਿਆ ਜਾ ਰਿਹਾ, ਫਿਰ ਕਹਿੰਦੇ ਵੀ ਇਹ ਸ਼ਬਦ ਜਿਹੜਾ ਆਪਾਂ ਸਰਵਨ ਕਰਨ ਜਾ ਰਹੇ ਹਾਂ, ਇਹ ਭਗਤ ਸਧਨਾ ਜੀ ਨੇ ਫਿਰ ਉੱਥੇ ਬਖਸ਼ਿਸ਼ ਕੀਤਾ। ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਪਏ, ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਹੈ, ਉਸ ਦੀ ਪ੍ਰਾਪਤੀ ਜਿਹੜੀ ਹੈ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪਰਮਾਤਮਾ ਇੱਕ ਹੈ, ਉਹਦੀ ਪ੍ਰਾਪਤੀ ਗੁਰੂ ਦੀ ਪ੍ਰਸੰਨਤਾ ਨਾਲ ਹੁੰਦੀ ਹੈ। ਨਿਰਭ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ। ਉਸ ਵੇਲੇ ਭਗਤ ਸਧਨਾ ਜੀ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ। ਜਦੋਂ ਨੀਹਾਂ ਵਿੱਚ ਚਿਣ ਲੱਗੇ ਨਾ, ਕੰਧ ਵਿੱਚ ਚਿਣ ਕੇ ਉਹਨਾਂ ਨੂੰ ਕਤਲ ਕਰਨ ਲੱਗੇ ਕੰਧ ਬਣਾਉਣ ਵਾਸਤੇ, ਉਸ ਵੇਲੇ ਭਗਤ ਸਧਨਾ ਜੀ ਬੇਨਤੀ ਕਰਦੇ ਪਏ। ਕਹਿਣ ਲੱਗੇ ਐ ਪਰਮਾਤਮਾ ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਕਿਵੇਂ ਮੇਰੀ ਰੱਖਿਆ ਕਰੋ? ਨਿਰਪ ਕੰਨਿਆ ਕੇ ਕਾਰਨ, ਜਿਹੜਾ ਰਾਜਾ ਹੈ ਉਹਦੀ ਕੰਨਿਆ ਕਹੀਏ ਸਪੁੱਤਰੀ ਦੇ ਵਾਸਤੇ, ਰਾਜੇ ਦੀ ਲੜਕੀ ਦੇ ਨਾਲ ਵਿਆਹ ਕਰਾਉਣ ਵਾਸਤੇ ਇੱਕ ਭਇਆ ਭੇਖ ਧਾਰੀ, ਇੱਕ ਭੇਖ ਧਾਰੀ ਵਿਅਕਤੀ ਦੀ ਆਪ ਜੀ ਨੇ ਰੱਖਿਆ ਕੀਤੀ ਹੈ। ਸੋ ਜਿਸ ਤਰ੍ਹਾਂ ਉਸ ਵਿਅਕਤੀ ਦੀ ਰੱਖਿਆ ਕੀਤੀ ਹੈ ਜਿਹੜਾ ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਔਰ ਹੈ ਵੀ ਨਕਲੀ ਬੰਦਾ, ਅਸਲੀ ਨਹੀਂ ਹੈ, ਮਹਾਰਾਜ ਤੁਸੀਂ ਉਹਦੀ ਰੱਖਿਆ ਕੀਤੀ ਹੈ। ਭੇਖ ਧਾਰੀ ਬੰਦੇ ਦੇ ਉੱਪਰ ਐਸੀ ਬਖਸ਼ਿਸ਼ ਕਰਦੇ ਹੋ। ਕਾਮਾਰਥੀ ਸਵਾਰਥੀ ਵਾਕੀ ਪੈ ਸੁਹਾਰੀ। ਉਹ ਵਿਅਕਤੀ ਕਮਾਰਥੀ ਹੈ। ਕਮਾਰਥੀ ਤੋਂ ਭਾਵ ਹੈ ਵੀ ਕਾਮ ਦਾ ਭਰਿਆ ਹੋਇਆ, ਇੱਕ ਵਿਅਕਤੀ ਕਾਮ ਦੀ ਵਾਸ਼ਨਾ ਨਾਲ ਭਰਿਆ ਹੋਵੇ। ਦੂਜਾ ਬਚਨ ਹੈ ਸਵਾਰਥੀ। ਸਵਾਰਥ ਕਹਿੰਦੇ ਆਪਣਾ ਪ੍ਰਯੋਜਨ, ਆਪਣਾ ਮਤਲਬ। ਇੱਕ ਬੰਦਾ ਕਾਮ ਦਾ ਭਰਿਆ ਹੋਇਆ ਹੈ, ਦੂਜਾ ਉਹਨੂੰ ਮਤਲਬ ਹੀ ਆਪਣਾ ਹੈ ਵੀ ਮੇਰਾ ਉੱਲੂ ਸਿੱਧਾ ਹੋਣਾ ਚਾਹੀਦਾ। ਮਹਾਰਾਜ ਵਾਕੀ ਪੈਜ ਸਵਾਰੀ, ਤੁਸੀਂ ਤੇ ਉਹਦੀ ਇੱਜ਼ਤ ਰੱਖ ਲਈ ਹੈ। ਜਿਹੜਾ ਬੰਦਾ ਕਾਮ ਦਾ ਭਰਿਆ ਹੈ ਔਰ ਮਤਲਬੀ ਹੈ, ਤੁਸੀਂ ਮਤਲਬੀ ਬੰਦੇ ਦੀ ਇੱਜ਼ਤ ਰੱਖ ਲਈ ਹੈ, ਵਿਕਾਰਾਂ ਦੇ ਭਰੇ ਹੋਏ ਦੀ।
ਤੇ ਪਾਤਸ਼ਾਹ ਮੈਂ ਤੇ ਤੁਹਾਡਾ ਭਗਤ ਹਾਂ, ਮੈਂ ਤੇ ਤੁਹਾਡਾ ਨਾਮ ਲੈਣ ਵਾਲਾ, ਮੇਰੀ ਕਿਉਂ ਨਹੀਂ ਆਪ ਜੀ ਇੱਜ਼ਤ ਰੱਖਦੇ ਪਏ, ਪੈਜ ਰੱਖਦੇ ਪਏ। ਸੋ ਨ੍ਰਿਪ ਕੰਨਿਆ ਕੇ ਕਾਰਨ ਜਿਹੜਾ ਰਾਜਾ ਹੋਇਆ ਹੈ, ਮੋਰ ਧੁਜ ਰਾਜੇ ਦਾ ਨਾਮ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਇੱਕ ਮੋਰ ਧੁਜ ਨਾਮ ਦਾ ਰਾਜਾ ਹੈ। ਬੜੀ ਸੋਹਣੀ ਇਸ ਦੀ ਰਿਆਸਤ ਤੇ ਰਾਜ ਕਰਦਾ। ਇਹਦੇ ਘਰ ਵਿੱਚ ਇੱਕ ਪੁੱਤਰੀ ਪੈਦਾ ਹੋਈ, ਲੜਕੀ ਪੈਦਾ ਹੋਈ। ਤੇ ਲੜਕੀ ਜਿਹੜੀ ਹੈ ਨਾ ਧਾਰਮਿਕ ਵਿਚਾਰਾਂ ਵਾਲੀ ਹੈ, ਧਾਰਮਿਕ ਗ੍ਰੰਥ ਪੜ੍ਹਦੀ ਹੈ ਤੇ ਗ੍ਰੰਥ ਪੜ੍ਹ ਕੇ ਧਾਰਮਿਕ ਰੰਗਤ ਉਹਦੇ ਮਨ ਤੇ ਆਉਂਦੀ ਹੈ। ਗ੍ਰੰਥਾਂ ਵਿੱਚ ਲਿਖਿਆ ਹੈ ਕਿ ਭਗਵਾਨ ਜੀ ਜਿਹੜੇ ਹਨ ਉਹ ਸਮੇਂ-ਸਮੇਂ ਤੇ ਆਏ, ਜਿਵੇਂ ਸਤਿਯੁਗ ਦੇ ਵਿੱਚ ਆਏ ਨੇ, ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਤ੍ਰੇਤੇ ਯੁੱਗ ਦੇ ਵਿੱਚ ਆਏ ਨੇ, ਦੁਆਪਰ ਯੁੱਗ ਦੇ ਵਿੱਚ ਆਏ ਨੇ। ਸੋ ਉਸ ਵੇਲੇ ਆਪਣੇ ਭਗਤਾਂ ਦੀ ਰੱਖਿਆ ਵੀ ਕਰਦੇ ਔਰ ਦੁਸ਼ਟਾਂ ਨੂੰ ਨਾਸ ਵੀ ਕਰਦੇ। ਕਲਯੁੱਗ ਦੇ ਵਿੱਚ ਆਏ ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ ਦੀ ਉਹਨਾਂ ਨੇ ਬਹੁਤੀ ਵਡਿਆਈ ਕਰਵਾਈ ਹੈ। ਇਸ ਤਰ੍ਹਾਂ ਦੇ ਗ੍ਰੰਥ ਜਦੋਂ ਪੜ੍ਹੇ ਨਾ ਲੜਕੀ ਨੇ, ਤੇ ਉਹਦੇ ਮਨ ਦੇ ਉੱਪਰ ਧਾਰਮਿਕ ਗ੍ਰੰਥਾਂ ਦਾ ਬੜਾ ਪ੍ਰਭਾਵ ਪੈ ਗਿਆ ਵੀ ਭਗਵਾਨ ਜੀ ਸਮੇਂ-ਸਮੇਂ 'ਤੇ ਭਗਤਾਂ ਦੀ ਰੱਖਿਆ ਕਰਦੇ, ਉਹਨਾਂ ਦੀ ਇੱਜ਼ਤ ਬਚਾਉਂਦੇ। ਔਰ ਲੜਕੀ ਦੇ ਮਨ ਵਿੱਚ ਵਿਚਾਰ ਇਹ ਪੈਦਾ ਹੋਇਆ ਕਿ ਮੈਂ ਹੁਣ ਉਸ ਭਗਵਾਨ ਦੇ ਨਾਲ ਹੀ ਵਿਆਹ ਕਰਾਉਣਾ ਹੈ, ਜਿਹੜਾ ਸਮੇਂ-ਸਮੇਂ 'ਤੇ ਭਗਤਾਂ ਦੀ ਰੱਖਿਆ ਕਰਦਾ ਹੈ ਨਾ। ਮੇਰਾ ਵਰ ਉਹੀ ਬਣੇ, ਮੇਰਾ ਵਿਆਹ ਉਹਦੇ ਨਾਲ ਹੀ ਹੋਵੇ। ਸਮਾਂ ਬਤੀਤ ਹੁੰਦਾ ਗਿਆ। ਰਾਜੇ ਨੇ ਆਪਣੇ ਲੜਕੀ ਨੂੰ ਜਵਾਨ ਹੁੰਦਿਆਂ ਵੇਖ ਕੇ ਉਹਦੇ ਵਾਸਤੇ ਵਰ ਲੱਭਣਾ ਸ਼ੁਰੂ ਕਰ ਦਿੱਤਾ ਕਿ ਲੜਕੀ ਵਾਸਤੇ ਕੋਈ ਵਰ ਲੱਭੀਏ, ਇਸ ਨੂੰ ਵਿਆਹ ਕੇ ਇਹਦੇ ਘਰ ਤੋਰੀਏ। ਜਦੋਂ ਲੜਕੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਸਨੇ ਆਪਣੀ ਮਾਂ ਨੂੰ ਦੱਸਿਆ। ਕਹਿਣ ਲੱਗੀ, ਮਾਤਾ ਮੇਰੇ ਵਾਸਤੇ ਕੋਈ ਵਰ ਲੱਭਣ ਦੀ ਲੋੜ ਨਹੀਂ ਹੈ, ਮੈਂ ਜੇ ਵਿਆਹ ਕਰਵਾਵਾਂਗੀ ਤੇ ਭਗਵਾਨ ਦੇ ਨਾਲ ਹੀ ਕਰਾਵਾਂਗੀ, ਵਿਸ਼ਨੂੰ ਜੀ ਦੇ ਨਾਲ, ਨਹੀਂ ਤੇ ਮੈਂ ਵਿਆਹ ਨਹੀਂ ਕਰਵਾਵਾਂਗੀ। ਉਸ ਵੇਲੇ ਰਾਣੀ ਨੇ ਆਪਣੇ ਰਾਜੇ ਨੂੰ, ਪਤੀ ਨੂੰ ਦੱਸਿਆ। ਕਹਿਣ ਲੱਗੀ ਵੀ ਆਪਣੀ ਲੜਕੀ ਨੇ ਤੇ ਪ੍ਰਣ ਕਰ ਲਿਆ ਹੈ ਕਿ ਮੇਰਾ ਵਿਆਹ ਤੇ ਭਗਵਾਨ ਵਿਸ਼ਨੂੰ ਜੀ ਦੇ ਨਾਲ ਹੀ ਹੋਵੇਗਾ, ਮੈਂ ਹੋਰ ਕਿਸੇ ਨਾਲ ਵਿਆਹ ਕਰਵਾਉਣਾ ਹੀ ਨਹੀਂ ਹੈ। ਸੋ ਐਸੀ ਉਹਦੀ ਬੰਦਗੀ ਵਿੱਚ ਜੁੜੀ ਹੋਈ ਹੈ। ਰਾਜੇ ਨੇ ਇਹ ਬਚਨ ਸੁਣ ਕੇ ਆਪਣੀ ਲੜਕੀ ਵਾਸਤੇ ਬਾਗ ਦੇ ਵਿੱਚ ਸੋਹਣਾ ਜਿਹਾ ਇੱਕ ਮਹੱਲ ਬਣਾ ਦਿੱਤਾ। ਸੋਹਣੀ ਜੀ ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾ ਦਿੱਤੀ, ਸੋਹਣਾ ਜਿਹਾ ਇੱਕ ਮੰਦਿਰ ਬਣਾ ਦਿੱਤਾ ਕਿ ਤੂੰ ਇੱਥੇ ਬੈਠ ਕੇ ਭਗਵਾਨ ਵਿਸ਼ਨੂੰ ਨੂੰ ਯਾਦ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ। ਗੁਰਮੁਖੋ ਇਸ ਗੱਲ ਦਾ ਰੌਲਾ ਜਿਹੜਾ ਹੈ ਉਹ ਸਾਰੇ ਸ਼ਹਿਰ ਵਿੱਚ ਪੈ ਗਿਆ, ਇਲਾਕੇ ਵਿੱਚ ਰੌਲਾ ਪੈ ਗਿਆ ਕਿ ਰਾਜੇ ਦੀ ਲੜਕੀ ਜਿਹੜੀ ਉਹ ਭਗਵਾਨ ਵਿਸ਼ਨੂੰ ਜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਇਸ ਮਾਤ ਲੋਕ ਵਿੱਚ ਕਿਸੇ ਇਨਸਾਨ ਦੇ ਨਾਲ ਉਸਨੇ ਵਿਆਹ ਨਹੀਂ ਕਰਵਾਉਣਾ ਹੈ। ਸੋ ਕਹਿਣ ਲੱਗੇ, ਇੱਕ ਦਿਨ ਇਹ ਲੜਕੀ ਜੋ ਆਪਣੇ ਮਹੱਲ ਦੇ ਉੱਪਰ ਚੜ੍ਹੀ ਹੈ ਤੇ ਇਸ ਲੜਕੀ ਨੂੰ ਮਹੱਲ ਦੇ ਉੱਪਰ ਚੜ੍ਹਿਆ ਵੇਖ ਕੇ ਇੱਕ ਨੌਜਵਾਨ ਲੜਕਾ ਇਸੇ ਹੀ ਸ਼ਹਿਰ ਦਾ ਲੜਕੀ ਦਾ ਸੋਹਣਾ ਸਰੂਪ ਵੇਖ ਕੇ ਮਨ ਵਿੱਚ ਸੋਚਦਾ ਵੀ ਕਿਉਂ ਨਾ ਹੋਵੇ ਮੇਰਾ ਇਸ ਨਾਲ ਵਿਆਹ ਹੀ ਹੋ ਜਾਵੇ। ਹੁਣ ਵਿਆਹ ਕਰਾਉਣ ਵਾਸਤੇ ਜਿਹੜਾ ਹੈ ਉਹ ਬਚਨ ਇਹ ਆ ਵੀ ਭਗਵਾਨ ਵਿਸ਼ਨੂੰ ਜੀ ਦੇ ਨਾਲ ਹੀ ਵਿਆਹ ਹੋਣਾ, ਹੋਰ ਕਿਸੇ ਨਾਲ ਹੋਣਾ ਹੀ ਨਹੀਂ। ਇਸ ਲੜਕੇ ਨੇ ਜਾ ਕੇ ਕਿਸੇ ਆਪਣੇ ਦੋਸਤ ਨੂੰ ਦੱਸਿਆ। ਤਰਖਾਣ ਲੜਕਾ ਹੈ, ਜਾ ਕੇ ਕਿਸੇ ਦੋਸਤ ਨੂੰ ਦੱਸਦਾ ਹੈ ਕਿ ਮੈਂ ਉਸ ਲੜਕੀ ਰਾਜੇ ਦੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ, ਪਰ ਉਹਦੀ ਸ਼ਰਤ ਇੱਕੋ ਹੀ ਹੈ ਵੀ ਮੈਂ ਭਗਵਾਨ ਵਿਸ਼ਨੂੰ ਨਾਲ ਵਿਆਹ ਕਰਾਉਣਾ ਹੈ। ਤੂੰ ਕਿਸੇ ਤਰ੍ਹਾਂ ਕਰਕੇ ਮੈਨੂੰ ਭਗਵਾਨ ਵਿਸ਼ਨੂੰ ਵਰਗਾ ਬਣਾ ਦੇ, ਉਹਨਾਂ ਵਰਗੇ ਮੇਰੇ ਸਾਧਨ ਬਣਾ ਦੇ, ਤਾਂ ਕਿ ਮੈਂ ਇਹ ਝੂਠ ਬੋਲ ਕੇ ਉਹਦੇ ਨਾਲ ਵਿਆਹ ਕਰਵਾ ਲਵਾਂ। ਉਹ ਜਿਹੜਾ ਲੜਕਾ ਹੈ ਸੁਨਿਆਰਿਆਂ ਦਾ ਬੜਾ ਪੜ੍ਹਿਆ ਲਿਖਿਆ ਔਰ ਬੜਾ ਸਿਆਣਾ ਹੈ। ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਤੇਰੀ ਮਦਦ ਕਰਾਂਗਾ। ਹੁਣ ਭਗਵਾਨ ਵਿਸ਼ਨੂੰ ਜੀ ਗਰੜ ਦੀ ਸਵਾਰੀ ਕਰਦੇ। ਸੋ ਉਸਨੇ ਲੱਕੜ ਦਾ ਇੱਕ ਗਰੜ ਤਿਆਰ ਕੀਤਾ। ਗਰੜ ਉੱਡ ਸਕੇ, ਉੱਡ ਕੇ ਥੋੜ੍ਹੀ ਦੂਰ ਤੱਕ ਜਾ ਸਕੇ, ਇਸ ਤਰ੍ਹਾਂ ਦਾ ਸਾਰਾ ਉਹਦੇ ਵਿੱਚ ਪ੍ਰਯੋਜਨ ਇਹਨਾਂ ਨੇ ਬਣਾ ਲਿਆ ਵੀ ਇਹ ਗਰੜ ਉੱਡੇਗਾ ਕਿਵੇਂ, ਉਡਾਰੀ ਕਿਵੇਂ ਭਰੇਗਾ। ਜਿਵੇਂ ਅੱਜ ਹਵਾਈ ਜਹਾਜ਼ ਉੱਡਦੇ ਨੇ, ਹੈਲੀਕਾਪਟਰ ਉੱਡਦੇ ਨੇ, ਜਾਂ ਇਸੇ ਤਰ੍ਹਾਂ ਅੱਜ ਕੱਲ੍ਹ ਨਵਾਂ ਜ਼ਮਾਨਾ ਆ ਗਿਆ, ਕੈਮਰੇ ਜਿਹੜੇ ਨੇ ਉੱਪਰ ਆਕਾਸ਼ ਦੇ ਵਿੱਚ ਉੱਡ ਪੈਂਦੇ, ਉੱਥੋਂ ਫੋਟੋ ਲੈ ਲਈ ਜਾਂਦੀ ਹੈ। ਸੋ ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਸਾਧਨ ਕਰਕੇ ਨਕਲੀ ਗਰੜ ਤਿਆਰ ਕੀਤਾ ਜਿਹੜਾ ਥੋੜ੍ਹਾ ਬਹੁਤਾ ਉੱਡ ਸਕੇ। ਅਤੇ ਉਹ ਜਿਹੜਾ ਲੜਕਾ ਸੀ, ਦੋ ਬਾਹਾਂ ਤੇ ਉਹਦੀਆਂ ਆਪਣੀਆਂ ਨੇ, ਦੋ ਬਾਹਾਂ ਨਾਲ ਨਕਲੀ ਲਾ ਲਈਆਂ, ਲੱਕੜ ਦੀਆਂ ਬਣਾ ਕੇ, ਲੱਗੇ ਇਸ ਤਰ੍ਹਾਂ ਵੀ ਜਿਵੇਂ ਅਸਲੀ ਹੁੰਦੀਆਂ। ਇਹ ਲੜਕਾ ਜਿਹੜਾ ਹੈ ਗਰੜ ਦੇ ਉੱਪਰ ਬੈਠ ਕੇ ਗਰੜ ਨੂੰ ਉਡਾ ਕੇ ਰਾਜੇ ਦੇ ਮਹਿਲਾਂ ਦੇ ਉੱਪਰ ਜਾ ਪਹੁੰਚਿਆ। ਤੇ ਜਦੋਂ ਲੜਕੀ ਨੇ ਵੇਖਿਆ ਵੀ ਇਹ ਤੇ ਵਾਕਿਆ ਹੀ ਗਰੜ 'ਤੇ ਆਏ ਨੇ, ਉਹ ਚਾਰ ਬਾਹਾਂ ਨੇ ਤੇ ਭਗਵਾਨ ਵਿਸ਼ਨੂੰ ਵਰਗੇ ਲੱਗਦੇ ਪਏ, ਦੌੜ ਕੇ ਉਸੇ ਵੇਲੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਇਸ ਲੜਕੇ ਨੇ ਦੱਸਿਆ, ਮੈਂ ਹੀ ਉਹ ਭਗਵਾਨ ਵਿਸ਼ਨੂੰ ਹਾਂ ਜਿਸ ਦੀ ਤੂੰ ਅਰਾਧਨਾ ਕਰਦੀ ਪਈ ਹੈ।
ਔਰ ਮੈਂ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਆਇਆ ਹਾਂ। ਤੇਰੀ ਭਾਵਨਾ, ਤੇਰੀ ਭਗਤੀ ਪੂਰੀ ਹੋਈ ਹੈ, ਪਰ ਅੱਜ ਤੋਂ ਬਾਅਦ ਤੈਨੂੰ ਮੈਂ ਆਮ ਮਨੁੱਖ ਦੇ ਵਾਂਗ ਹੀ ਦਰਸ਼ਨ ਦਿਆ ਕਰਾਂਗਾ। ਇਹ ਹੁਣ ਤੈਨੂੰ ਵਾਰ-ਵਾਰ 4 ਬਾਹਾਂ ਵਾਲਾ ਰੂਪ ਜਾਂ ਇਹ ਗਰੜ ਜਿਹੜਾ ਹੈ ਵਾਰ-ਵਾਰ ਦਿਖਾਈ ਨਹੀਂ ਦੇਵੇਗਾ। ਸੋ ਉਸ ਵੇਲੇ ਆਪਣੀਆਂ 2 ਬਾਹਾਂ ਉਤਾਰ ਕੇ ਉਹਨਾਂ ਨੂੰ ਕਿਤੇ ਛੁਪਾ ਦਿੱਤਾ, ਗਰੜ ਵੀ ਕਿਤੇ ਇੱਧਰ ਉੱਧਰ ਕਰ ਦਿੱਤਾ। ਲੜਕੀ ਨੇ ਆਪਣੇ ਪਿਤਾ ਨੂੰ ਜਾ ਕੇ ਦੱਸਿਆ ਵੀ ਮੈਨੂੰ ਤੇ ਭਗਵਾਨ ਵਿਸ਼ਨੂੰ ਜੀ ਦੇ ਦਿਦਾਰੇ ਹੋ ਗਏ ਨੇ, ਉਹ ਮੈਨੂੰ ਦਰਸ਼ਨ ਦੇਣ ਵਾਸਤੇ ਔਰ ਵਿਆਹ ਕਰਾਉਣ ਵਾਸਤੇ ਆ ਗਏ। ਰਾਜੇ ਨੇ ਆਪਣੀ ਲੜਕੀ ਦਾ ਰਿਸ਼ਤਾ ਔਰ ਵਿਆਹ ਜਿਹੜਾ ਸੀ ਇਸ ਨਕਲੀ ਬਣੇ ਭਗਵਾਨ ਵਿਸ਼ਨੂੰ ਦੇ ਨਾਲ, ਲੜਕੇ ਦੇ ਨਾਲ ਕਰ ਦਿੱਤਾ। ਜਦੋਂ ਰਾਜੇ ਨੂੰ ਇਹ ਮਨ ਵਿੱਚ ਵਿਸ਼ਵਾਸ ਹੋ ਗਿਆ ਵੀ ਇਹ ਵਾਕਿਆ ਹੀ ਭਗਵਾਨ ਹੈ, ਇਤਿਹਾਸਕਾਰ ਕਹਿੰਦੇ ਉਸਨੇ ਆਪਣੀਆਂ ਫੌਜਾਂ ਹਟਾ ਦਿੱਤੀਆਂ। ਮੈਨੂੰ ਹੁਣ ਫੌਜ ਦੀ ਕੀ ਲੋੜ ਹੈ, ਮੇਰਾ ਤੇ ਜਵਾਈ ਭਗਵਾਨ ਬਣ ਗਿਆ ਹੈ। ਜਦੋਂ ਕਿਤੇ ਮੁਸੀਬਤ ਆਇਆ ਕਰੇਗੀ ਮੈਂ ਆਪਣੇ ਜਵਾਈ ਨੂੰ ਕਹਿ ਕੇ ਦੂਜੇ ਰਾਜਿਆਂ ਨੂੰ ਦੜਾ ਦਿਆ ਕਰਾਂਗਾ। ਐਸੀ ਵਿਚਾਰ ਲੈ ਕੇ ਇਸ ਰਾਜੇ ਮੋਰ ਧੁਜ ਨੇ ਆਪਣੀਆਂ ਸਾਰੀਆਂ ਫੌਜਾਂ ਹਟਾ ਦਿੱਤੀਆਂ। ਜਦੋਂ ਗੁਆਂਢੀ ਰਾਜਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਜੇ ਨੇ ਫੌਜਾਂ ਹਟਾ ਦਿੱਤੀਆਂ ਨੇ, ਉਸ ਵੇਲੇ ਉਹ ਵੱਡੀ ਫੌਜ ਲੈ ਕੇ ਤੇ ਇਸ ਦੇ ਸ਼ਹਿਰ ਨੂੰ ਆ ਕੇ ਉਹਨਾਂ ਨੇ ਘੇਰਾ ਪਾ ਲਿਆ। ਜਦੋਂ ਰਾਜੇ ਨੂੰ ਪਤਾ ਲੱਗਾ ਵੀ ਮੇਰਾ ਸ਼ਹਿਰ ਤੇ ਘਿਰਿਆ ਗਿਆ, ਦੁਸ਼ਮਣ ਚੜ੍ਹ ਕੇ ਆ ਗਿਆ, ਉਸ ਵੇਲੇ ਉਹ ਰਾਜਾ ਦੌੜ ਕੇ ਆਪਣੇ ਇਸ ਜਵਾਈ ਦੇ ਕੋਲ ਪਹੁੰਚਿਆ ਜਿਹੜਾ ਨਕਲੀ ਰੱਬ ਬਣਿਆ ਹੋਇਆ। ਆ ਕੇ ਆਖਦਾ ਜੀ ਮੈਨੂੰ ਤੇ ਦੁਸ਼ਮਣ ਨੇ 4 ਚੁਫੇਰੇ ਤੋਂ ਘੇਰ ਲਿਆ ਹੈ, ਸੋ ਤੁਸੀਂ ਹੁਣ ਆਪਣੀ ਕਰਾਮਾਤ ਸ਼ਕਤੀ ਵਿਖਾਓ ਤੇ ਦੁਸ਼ਮਣ ਦੇ ਨਾਲ ਜੰਗ ਕਰੋ ਅਤੇ ਸਾਡੇ ਸ਼ਹਿਰ ਨੂੰ, ਸਾਡੇ ਰਾਜ ਨੂੰ ਆਪ ਜੀ ਬਚਾ ਲਵੋ। ਇਹ ਬਚਨ ਸੁਣ ਕੇ ਇਹ ਜਿਹੜਾ ਨਕਲੀ ਭਗਵਾਨ ਬਣਿਆ ਹੋਇਆ, ਭਗਵਾਨ ਵਿਸ਼ਨੂੰ ਬਣਿਆ ਹੋਇਆ, ਇਸ ਲੜਕੇ ਨੇ ਕਹਿ ਹੀ ਦਿੱਤਾ, ਕਹਿਣ ਲੱਗਾ ਠੀਕ ਆ ਤੁਸੀਂ ਫਿਕਰ ਨਾ ਕਰੋ, ਮੈਂ ਆਪੇ ਜੰਗ ਕਰਕੇ ਉਹਨਾਂ ਨੂੰ ਦੁੜਾ ਦਿਆਂਗਾ। ਇੰਨੀ ਗੱਲ ਕਹਿ ਕੇ ਰਾਜੇ ਨੂੰ ਤੇ ਉੱਥੋਂ ਤੋਰ ਦਿੱਤਾ, ਪਰ ਆਪ ਬੰਦ ਕਮਰੇ ਵਿੱਚ ਡਰ ਗਿਆ ਕਿ ਮੈਂ ਤੇ ਨਕਲੀ ਆਦਮੀ ਹਾਂ, ਮੈਂ ਫੌਜ ਦਾ ਮੁਕਾਬਲਾ ਕਿਵੇਂ ਕਰਾਂਗਾ। ਕਈਆਂ ਨੇ ਵਿਚਾਰ ਇਹ ਵੀ ਦਿੱਤਾ ਵੀ ਇਹ ਉਸ ਵੇਲੇ ਡਰ ਕੇ ਭੱਜਣ ਲੱਗਾ ਹੈ, ਤੇ ਕਈਆਂ ਨੇ ਵਿਚਾਰ ਇਹ ਦਿੱਤੀ ਵੀ ਇਹ ਸਮਾਧੀ ਲਾ ਕੇ ਬੈਠ ਗਿਆ, ਚੌਂਕੜਾ ਲਾ ਕੇ ਵੀ ਇਹ ਪਰਮਾਤਮਾ ਹੁਣ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੀ ਹੈ। ਜਿਵੇਂ ਬਚਨ ਆਉਂਦਾ ਨਾ, ਕਬੀਰ ਕਾਮ ਪਰੈ ਤੈ ਸਿਮਰੀਐ ਐਸਾ ਸਿਮਰੋ। ਜਦੋਂ ਬੰਦੇ ਤੇ ਮੁਸੀਬਤ ਪੈਂਦੀ ਹੈ ਨਾ, ਉਦੋਂ ਬੰਦੇ ਦਾ ਮਨ ਬੜੀ ਛੇਤੀ ਇਕਾਗਰ ਹੁੰਦਾ ਹੈ, ਉਦੋਂ ਬੰਦੇ ਦੇ ਅੰਦਰ ਭਾਵਨਾ ਵੀ ਬੜੀ ਛੇਤੀ ਪੈਦਾ ਹੁੰਦੀ। ਕਈ ਵਾਰੀ ਸਾਡਾ ਮਨ ਬੜਾ ਸ਼ੈਤਾਨ ਹੈ, ਬੜਾ ਚਲਾਕ ਹੈ, ਤੇ ਸਾਡੇ ਮਨ ਵਿੱਚ ਅਸ਼ਰਧਾ ਰਹਿੰਦੀ ਹੈ, ਸ਼ਰਧਾ ਨਹੀਂ ਆਉਂਦੀ ਹੈ। ਪਰ ਜਦੋਂ ਕਿਤੇ ਮੁਸੀਬਤ ਵਿੱਚ ਪੈ ਜਾਈਏ ਨਾ, ਉਦੋਂ ਮਨ ਵਿੱਚ ਸ਼ਰਧਾ ਵੀ ਬੜੀ ਛੇਤੀ ਆਉਂਦੀ ਹੈ ਵੀ ਹੁਣ ਰੱਬ ਬਿਨਾਂ ਕੋਈ ਨਹੀਂ ਬਚਾ ਸਕਦਾ। ਉਦੋਂ ਮਨ ਵੀ ਬੜੀ ਛੇਤੀ ਇਕਾਗਰ ਹੋ ਜਾਂਦਾ ਵੀ ਜੇ ਮਨ ਨਾ ਟਿਕਾਇਆ ਤੇ ਮੇਰੀ ਇਹ ਜਿਹੜੀ ਹੈ ਇਹ ਵਸਤੂ ਮੈਨੂੰ ਮਿਲਣੀ ਨਹੀਂ ਹੈ। ਉਸ ਵੇਲੇ ਇਸ ਲੜਕੇ ਨੇ ਭੈ ਦੇ ਵਿੱਚ ਆ ਕੇ ਆਪਣਾ ਮਨ ਟਿਕਾਇਆ, ਬੜੀ ਸ਼ਰਧਾ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ, ਆਖਿਆ ਪਰਮਾਤਮਾ ਮੈਂ ਹਾਂ ਤੇ ਬਿਲਕੁਲ ਨਕਲੀ, ਤੇ ਪਰ ਮੈਂ ਤੇਰਾ ਰੂਪ ਬਣਾਇਆ ਹੈ। ਜੇ ਅੱਜ ਮੈਂ ਜੰਗ ਵਿੱਚ ਹਾਰ ਗਿਆ, ਜਾਂ ਮੈਂ ਜੰਗ ਵਿੱਚ ਮਾਰਿਆ ਗਿਆ, ਜਾਂ ਮੈਂ ਇਸ ਜੰਗ ਨੂੰ ਵੇਖ ਕੇ ਦੌੜ ਗਿਆ, ਤੇ ਪਰਮਾਤਮਾ ਇਹਦੇ ਵਿੱਚ ਤੇਰੀ ਨਰਾਦਰੀ ਹੋਣੀ ਹੈ। ਮੈਨੂੰ ਕੌਣ ਜਾਣਦਾ ਵੀ ਮੈਂ ਕੌਣ ਹਾਂ। ਲੋਕਾਂ ਨੇ ਆਖਣਾ ਭਗਵਾਨ ਵਿਸ਼ਨੂੰ ਭੱਜ ਗਿਆ ਜੰਗ ਦੇ ਵਿੱਚੋਂ, ਤੇ ਬੜਾ ਵੱਡਾ ਨਰਾਦਰੀ ਵਾਲਾ ਬਚਨ ਹੋਵੇਗਾ। ਇਸ ਕਰਕੇ ਤੁਸੀਂ ਹੁਣ ਆਪਣੇ ਬਿਰਦ ਦੀ ਲਾਜ ਆਪੇ ਹੀ ਰੱਖੋ, ਮੇਰੇ 'ਤੇ ਕਿਰਪਾ ਕਰੋ ਕਿ ਤੁਸੀਂ ਹੁਣ ਜਿਹੜਾ ਮੈਂ ਤੁਹਾਡਾ ਨਾਮ ਲਿਆ ਨਾ, ਤੁਹਾਡੇ ਨਾਮ ਦੀ ਲਾਜ ਵੀ ਤੁਹਾਨੂੰ ਹੀ ਹੈ। ਮੈਂ ਭਾਵੇਂ ਨਕਲੀ ਹੀ ਹਾਂ, ਪਰ ਮਹਾਰਾਜ ਇਸ ਵੇਲੇ ਮੁਸੀਬਤ ਵਿੱਚ ਪਿਆ ਹੋਇਆ, ਆਪ ਜੀ ਕਿਰਪਾ ਕਰੋ। ਜਦੋਂ ਐਸੀਆਂ ਅਰਦਾਸਾਂ ਕੀਤੀਆਂ ਤੇ ਕਹਿਣ ਲੱਗੇ, ਉਸ ਵੇਲੇ ਆਕਾਸ਼ ਦੇ ਵਿੱਚੋਂ ਆਵਾਜ਼ ਆਈ, ਕਹਿਣ ਲੱਗੇ ਲੜਕੇ ਤੂੰ ਡਰ ਨਾ, ਭਾਵੇਂ ਤੂੰ ਨਕਲੀ ਭੇਖ ਹੀ ਬਣਾਇਆ ਹੈ, ਪਰ ਤੂੰ ਮੇਰਾ ਭੇਖ ਬਣਾਇਆ, ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਤੂੰ ਦੁਸ਼ਮਣ ਦੇ ਨਾਲ ਜਾ ਕੇ ਜੰਗ ਕਰ, ਮੈਂ ਤੇਰੀ ਜੰਗ ਦੇ ਵਿੱਚ ਇੰਨੀ ਮਦਦ ਕਰਾਂਗਾ, ਤੈਨੂੰ ਇੰਨਾ ਬਲ ਬਖਸ਼ਾਂਗਾ ਕਿ ਤੂੰ ਜੰਗ ਜਿੱਤ ਲਵੇਂਗਾ। ਉਸ ਵੇਲੇ ਲੜਕੇ ਨੇ ਬਚਨ ਮੰਨ ਕੇ ਜਿੰਨੀ ਕੁ ਥੋੜ੍ਹੀ ਬਹੁਤੀ ਫੌਜ ਸੀ ਨਾਲ ਲੈ ਕੇ ਜਿਸ ਵੇਲੇ ਜੰਗ ਵਿੱਚ ਗਿਆ, ਦੁਸ਼ਮਣ ਦੀ ਫੌਜ ਨੂੰ ਬਹੁਤ ਜ਼ਿਆਦਾ ਡਰ ਆਇਆ। ਇਸ ਤਰ੍ਹਾਂ ਲੱਗਾ ਵੀ ਜਿਵੇਂ ਪ੍ਰਤੱਖ ਹੀ ਭਗਵਾਨ ਵਿਸ਼ਨੂੰ ਗਰੜ 'ਤੇ ਚੜ੍ਹ ਕੇ ਆ ਗਏ, ਹੁਣ ਉਹ ਦੁਸ਼ਮਣ ਨਾਲ ਲੜਦੇ ਪਏ ਹੋਣ। ਦੁਸ਼ਮਣ ਦੀ ਫੌਜ ਜਿਹੜੀ ਉਸੇ ਵੇਲੇ ਦੌੜ ਗਈ ਹੈ, ਔਰ ਰਾਜੇ ਦਾ ਰਾਜ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਬਰਕਰਾਰ ਹੋ ਗਿਆ। ਸੋ ਇਹ ਸਾਖੀ ਹੈ, ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ। ਭਾਈ ਸਧਨਾ ਜੀ, ਭਗਤ ਸਧਨਾ ਜੀ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਨਿਰਪ ਕੰਨਿਆ ਕੇ ਕਾਰਨ ਰਾਜੇ ਦੀ ਲੜਕੀ ਦੇ ਵਾਸਤੇ ਇੱਕ ਭਇਆ ਭੇਖ ਧਾਰੀ, ਇੱਕ ਭੇਖ ਧਾਰੀ ਵਿਅਕਤੀ ਵਿਸ਼ਨੂੰ ਬਣ ਕੇ ਆ ਗਿਆ।
ਇੱਕ ਸ਼ਹਿਰ ਦਾ ਲੜਕਾ ਭਗਵਾਨ ਵਿਸ਼ਨੂੰ ਬਣ ਕੇ ਆ ਗਿਆ। ਕਾਹਦੇ ਵਾਸਤੇ ਆਇਆ ਹੈ? ਫਰਮਾਉਂਦੇ ਹਨ ਕਮਾਰਥੀ ਸਵਾਰਥੀ। ਕਿਉਂਕਿ ਉਹ ਜਿਹੜਾ ਲੜਕਾ ਹੈ ਉਹ ਕਮਾਰਥੀ ਤੋਂ ਭਾਵ ਕਾਮ ਦਾ ਭਰਿਆ ਹੋਇਆ, ਵੀ ਰਾਜੇ ਦੀ ਲੜਕੀ ਬੜੀ ਸੋਹਣੀ ਹੈ, ਇਹ ਮੈਨੂੰ ਮਿਲ ਜਾਵੇ ਤੇ ਮੇਰੀ ਕਾਮ ਵਾਸ਼ਨਾ ਪੂਰੀ ਹੋਵੇ। ਸਵਾਰਥੀ ਤੋਂ ਭਾਵ ਹੁੰਦਾ ਨਿਜ ਪ੍ਰਯੋਜਨੀ, ਆਪਣਾ ਮਤਲਬ ਕੱਢਣ ਵਾਲਾ। ਮੇਰਾ ਮਤਲਬ ਹੈ, ਉਹ ਲੜਕੇ ਨੂੰ ਮਤਲਬ ਆਪਣਾ ਹੀ ਹੈ ਨਾ, ਕਿਸੇ ਦਾ ਤੇ ਨਹੀਂ ਹੈ ਨਾ ਕਿ ਮੇਰਾ ਵਿਆਹ ਲੜਕੀ ਨਾਲ ਹੋਵੇ। ਉਹ ਸਵਾਰਥੀ ਹੈ, ਮਤਲਬੀ ਹੈ। ਮਹਾਰਾਜ ਤਾਂ ਕਿ ਅੱਗੇ ਬਖਸ਼ਿਸ਼ ਕਰਦੇ ਹਨ, ਵਾਗੀ ਪੈਜ ਸਵਾਰੀ। ਤੁਸੀਂ ਉਹਦੀ ਪੈਜ ਸਵਾਰ ਦਿੱਤੀ, ਉਹਦੀ ਇੱਜ਼ਤ ਬਚਾ ਲਈ ਹੈ। ਜਿਹੜਾ ਇਸ ਤਰ੍ਹਾਂ ਦਾ ਹੈ ਤੁਸੀਂ ਉਹਦੀ ਇੱਜ਼ਤ ਬਚਾ ਲਈ ਹੈ। ਪਰਮਾਤਮਾ ਮੈਂ ਤੇ ਤੇਰਾ ਦਾਸ ਹਾਂ, ਮੈਂ ਤੇ ਤੇਰਾ ਸੇਵਕ ਹਾਂ। ਵੇਖੋ ਮੈਨੂੰ ਇਹ ਨੀਹਾਂ ਦੇ ਵਿੱਚ ਕੰਧ ਵਿੱਚ ਚਿਣ ਦੇਣ ਲੱਗੇ। ਜੇ ਤੁਸੀਂ ਉਸ ਨਕਲੀ ਲੜਕੇ ਦੀ ਇੱਜ਼ਤ ਰੱਖ ਸਕਦੇ ਹੋ ਜਿਹੜਾ ਨਕਲੀ ਭਗਵਾਨ ਬਣਿਆ ਹੈ, ਤੇ ਮੈਂ ਤੇ ਤੁਹਾਡਾ ਭਗਤ ਹਾਂ, ਮੇਰੇ ਤੇ ਕਿਉਂ ਨਹੀਂ ਆਪ ਜੀ ਐਸੀ ਕਿਰਪਾ ਕਰਦੇ? ਮੈਨੂੰ ਕਿਉਂ ਨਹੀਂ ਆਪ ਜੀ ਬਚਾਉਂਦੇ? ਮੇਰੇ ਤੇ ਕਿਰਪਾ ਕਰੋ। ਜੋ ਭੈ ਦੁਖਤ ਅਰ ਦੀਨ ਪਰ ਚੀਨ ਲੱਗ, ਦੀਨ ਦੁਖ ਭੰਜਨ ਬਿਰਦ ਬਿਰਦਾਇਓ ਹੈ। ਮਹਾਰਾਜ ਅਸੀਂ ਦੁਖੀ ਹਾਂ, ਪਰ ਤੁਸੀਂ ਦੁੱਖਾਂ ਨੂੰ ਕੱਟਣ ਵਾਲੇ, ਇਹ ਤੁਹਾਡਾ ਧਰਮ ਹੈ। ਮੇਰੇ ਤੇ ਕਿਰਪਾ ਕਰੋ, ਮੈਨੂੰ ਬਚਾ ਲੈਣਾ ਕਰੋ। ਇਸ ਤਰ੍ਹਾਂ ਭਗਤ ਸਧਨਾ ਜੀ ਰੱਬ ਦੇ ਅੱਗੇ ਫਰਿਆਦ ਕਰਦੇ ਹਨ। ਤਬ ਗੁਣ ਕਹਾ ਜਗਤ ਗੁਰਾ। ਐ ਜਗਤ ਦੇ ਗੁਰੂ, ਐ ਜਗਤ ਦੇ ਮਾਲਕ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਚਾਓ। ਉਸ ਵੇਲੇ ਆਵਾਜ਼ ਆਈ, ਕਹਿਣ ਲੱਗੇ ਸਧਨਿਆ ਤੈਨੂੰ ਬਚਾਇਆ ਨਹੀਂ ਜਾ ਸਕਦਾ। ਕਹਿਣ ਲੱਗਾ ਜੀ ਕਿਉਂ ਨਹੀਂ ਬਚਾਇਆ ਜਾ ਸਕਦਾ? ਕਹਿੰਦੇ ਤੇਰੇ ਕਰਮ ਹੀ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਦੇ ਬੰਦੇ ਨੇ ਕਰਮ ਕੀਤੇ ਉਹਨੂੰ ਕਰਮ ਭੋਗਣੇ ਪੈਂਦੇ। ਇਹ ਸਧਨਾ ਜੀ ਤੁਹਾਡਾ ਕਰਮ ਹੀ ਇਸ ਤਰ੍ਹਾਂ ਦਾ ਸੀ, ਤੁਹਾਨੂੰ ਕੰਧ ਵਿੱਚ ਚਿਣ ਕੇ ਹੀ ਮਾਰਨਾ ਸੀ, ਇਸ ਕਰਕੇ ਤੁਹਾਨੂੰ ਉਹ ਕਰਮ ਦੀ ਸਜ਼ਾ ਮਿਲਦੀ ਪਈ ਹੈ, ਇਹ ਕਰਮ ਭੋਗਣਾ ਪਵੇਗਾ। ਜਦੋਂ ਇਹ ਬਚਨ ਸੁਣਿਆ ਨਾ ਭਗਤ ਸਧਨਾ ਜੀ, ਫਿਰ ਰੱਬ ਨੂੰ ਕਹਿਣ ਲੱਗੇ ਤਵ ਗੁਣ ਕਹਾਂ ਜਗਤ ਗੁਰਾ। ਇਹ ਜਗਤ ਨੂੰ ਬਣਾਉਣ ਵਾਲੇ, ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮਾਤਮਾ, ਤੇਰੇ ਨਾਮ ਜਪਣ ਦਾ ਫਿਰ ਕੀ ਗੁਣ ਹੋਇਆ? ਤੇਰੇ ਨਾਮ ਜਪਣ ਦਾ ਫਾਇਦਾ ਕੀ ਹੋਇਆ? ਤੇਰੇ ਨਾਮ ਧਿਆਉਣ ਦਾ ਫਾਇਦਾ ਕੀ ਹੈ? ਬਖਸ਼ਿਸ਼ ਕਰਦੇ ਹਨ। ਜੋ ਕਰਮ ਨ ਨਾਸੇ। ਮਹਾਰਾਜ ਜੇ ਕਰਮ ਹੀ ਭੋਗਣੇ ਹਨ ਤੇ ਫਿਰ ਤੇਰਾ ਨਾਮ ਹੀ ਕਿਉਂ ਜਪਣਾ? ਫਿਰ ਤੇ ਬੈਠੇ ਰਹੀਏ ਮੰਜੇ ਤੇ ਚੜ੍ਹ ਕੇ, ਆਪਣੇ ਕਰਮਾਂ ਦਾ ਦੁੱਖ ਤੇ ਸੁੱਖ ਭੋਗੀ ਜਾਈਏ। ਜੇ ਤੇਰਾ ਨਾਮ ਜਪ ਕੇ ਵੀ ਕਰਮ ਭੋਗਣੇ ਨੇ ਤੇ ਮਹਾਰਾਜ ਫਿਰ ਤੇਰੇ ਨਾਮ ਜਪਣ ਦਾ ਫਾਇਦਾ ਕੀ ਹੈ? ਫਿਰ ਤੇ ਕੋਈ ਲਾਭ ਨਾ ਹੋਇਆ। ਆਪ ਜੀ ਕਿਰਪਾ ਕਰੋ, ਭਾਵੇਂ ਮੇਰੇ ਮਾੜੇ ਕਰਮ ਹਨ, ਭਾਵੇਂ ਮੈਂ ਔਗਣਾਂ ਦਾ ਭਰਿਆ ਹੋਇਆ, ਪਰ ਮਹਾਰਾਜ ਤੁਸੀਂ ਪਰਉਪਕਾਰ ਕਰਨ ਵਾਲੇ ਹੋ। ਗੁਣ ਕੀਏ ਗੁਣ ਸਭ ਕੋ ਕਰੈ ਹੈ ਕਿਰਪਾ ਨਿਧਾਨ, ਔਗਣ ਕੀਏ ਗੁਣ ਤੋਹੀ ਬਣ ਆਇਓ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਪਰਮਾਤਮਾ ਕਿਸੇ ਨਾਲ ਔਗਣ ਕਰੀਏ ਤੇ ਅਗਲਾ ਔਗਣ ਅੱਗੋਂ ਕਰਦਾ ਹੈ, ਪਰ ਮਹਾਰਾਜ ਤੁਸੀਂ ਐਸੇ ਹੋ, ਤੁਹਾਡੇ ਅੱਗੇ ਕੋਈ ਔਗਣ ਵੀ ਕਰੇ ਤਾਂ ਵੀ ਤੁਸੀਂ ਉਹ 'ਤੇ ਕਿਰਪਾ ਕਰ ਦਿੰਦੇ ਹੋ। ਭਗਤ ਸਧਨਾ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਤੇਰੀ ਉਪਾਸਨਾ ਕਰਨ ਦਾ, ਤੇਰੀ ਬੰਦਗੀ ਕਰਨ ਦਾ, ਤੇਰੇ ਨਾਮ ਜਪਣ ਦਾ ਲਾਭ ਕੀ ਹੈ? ਜੋ ਕਰਮ ਨਾ ਨਾਸੈ। ਜੇ ਕਰਮ ਹੀ ਨਾਸ ਨਹੀਂ ਹੋਣਾ, ਜੇ ਕਰਮ ਫਿਰ ਵੀ ਭੋਗਣਾ ਪੈਣਾ, ਤੇ ਫਿਰ ਕਾਹਦੀ ਉਪਾਸਨਾ ਕਰਨੀ? ਫਿਰ ਕਾਹਦਾ ਨਾਮ ਜਪਣਾ ਹੈ? ਨਾਮ ਜਪਿਆ ਹੈ ਤੇ ਮਹਾਰਾਜ ਜੀ ਕਿਰਪਾ ਕਰੋ, ਸਾਡੇ ਪਿਛਲੇ ਕਰਮ ਨਸ਼ਟ ਕਰ ਦੇਣਾ ਕਰੋ। ਸਿੰਘ ਸਰਨ ਕਤ ਜਾਈਐ। ਸਿੰਘ ਨਾਮ ਗੁਰਮੁਖੋ ਸ਼ੇਰ ਦਾ ਹੈ। ਭਗਤ ਸਧਨਾ ਜੀ ਕਹਿਣ ਲੱਗੇ ਮਹਾਰਾਜ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੋਇਆ? ਬੰਦਾ ਆਖੇ ਮੈਨੂੰ ਇਧਰੋਂ ਡਰ ਹੈ, ਮੈਨੂੰ ਉਧਰੋਂ ਡਰ ਹੈ, ਦੁਨੀਆ ਵੱਲੋਂ ਡਰ ਕੇ ਤੇ ਵਿਅਕਤੀ ਜੇ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਵੇ, ਸ਼ੇਰ ਨੂੰ ਆਪਣਾ ਰਾਜਾ ਮੰਨ ਲਵੇ, ਸ਼ੇਰ ਨੂੰ ਆਪਣਾ ਰੱਖਕ ਮੰਨ ਲਵੇ, ਜੇ ਕੋਈ ਵਿਅਕਤੀ ਸ਼ੇਰ ਦੀ ਸ਼ਰਨ ਵਿੱਚ ਜਾਂਦਾ ਹੈ। ਜੋ ਜੰਬਕ ਗ੍ਰਾਸੈ। ਜੰਬਕ ਨਾਮ ਗੁਰਮੁਖੋ ਗਿੱਦੜ ਦਾ ਹੈ। ਜੇ ਗਿੱਦੜ ਨੇ ਆ ਕੇ ਹੀ ਖਾ ਜਾਣਾ ਤੇ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੋਇਆ? ਕੋਈ ਲਾਭ ਤੇ ਨਾ ਹੋਇਆ। ਸ਼ੇਰ ਦੀ ਸ਼ਰਨ ਵਿੱਚ ਤਾਂ ਜਾਈਦਾ ਜੇ ਗਿੱਦੜ ਦਾ ਡਰ ਨਾ ਰਵੇ। ਤੇ ਮਹਾਰਾਜ ਜੀ ਇਹ ਕਿਰਪਾ ਕਰੋ, ਇਹ ਦੁਨੀਆ ਦੇ ਲੋਕ ਤੇ ਗਿੱਦੜ ਦੇ ਵਾਂਗ ਨੇ, ਜਾਂ ਕਹਿ ਲਈਏ ਕਰਮ ਜਿਹੜੇ ਤੇ ਗਿੱਦੜ ਵਰਗੇ ਨੇ, ਤੇ ਆਪ ਜੀ ਸ਼ੇਰ ਵਰਗੇ ਸਮਰੱਥ ਹੋ, ਤੁਹਾਡੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੈ? ਜੇ ਇਹ ਗਿੱਦੜ ਰੂਪੀ ਕਰਮਾਂ ਨਹੀਂ ਖਾ ਜਾਣਾ, ਜੇ ਕਰਮਾਂ ਨੇ ਖਾਣਾ ਤੇ ਮਹਾਰਾਜ ਤੁਹਾਡੇ ਕੋਲ ਫਿਰ ਕੀ ਆਉਣ ਦਾ ਲਾਭ ਹੋਇਆ? ਜੇ ਸ਼ੇਰ ਦੇ ਕੋਲ ਆ ਕੇ ਵੀ ਗਿੱਦੜ ਖਾ ਜਾਵੇ ਫਿਰ ਸ਼ੇਰ ਕੋਲ ਜਾਣ ਦਾ ਲਾਭ ਕੀ ਹੋਇਆ? ਪਾਤਸ਼ਾਹ ਕਿਰਪਾ ਕਰੋ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ। ਜੇ ਜੰਬੁਕ ਗਰਾਸੈ, ਜੇ ਗਿੱਦੜ ਨਹੀਂ ਖਾ ਜਾਣਾ
ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੈ? ਗਿੱਦੜ ਕੀ ਹੈ? ਕਰਮ। ਜੇ ਕਰਮਾਂ ਦੀ ਮਾਰ ਹੀ ਭੁਗਣੀ ਹੈ, ਕਰਮਾਂ ਨੂੰ ਹੀ ਖਾਣਾ ਹੈ, ਤੇ ਮਹਾਰਾਜ ਤੁਸੀਂ ਉਹ ਸ਼ੇਰ ਦੇ ਵਾਂਗ ਫਿਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਲਾਭ ਕੀ ਹੈ? ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਗੁਰਮੁਖੋ, ਜਦੋਂ ਇਹ ਬਚਨ ਕੀਤਾ ਨਾ ਭਗਤ ਜੀ ਨੇ, ਉਸ ਵੇਲੇ ਪ੍ਰਮਾਤਮਾ ਨੇ ਆਖਿਆ, ਕਹਿਣ ਲੱਗੇ ਭਗਤ ਸਦਨਾ ਜੀ ਫਿਕਰ ਨਾ ਕਰੋ, ਤੁਸੀਂ ਇੱਥੇ ਦੁੱਖ ਸਹਾਰ ਲਓ ਦੁਨੀਆ ਦੇ ਵਿੱਚ। ਤੇ ਭਗਤ ਸਦਨਾ ਜੀ ਕਹਿੰਦੇ ਫਿਰ ਭਗਵਾਨ ਜੀ ਕਹਿਣ ਲੱਗੇ ਤੈਨੂੰ ਬੈਕੁੰਠ ਧਾਮ ਦੇ ਦਿਆਂਗੇ। ਜਦੋਂ ਤੂੰ ਸਰੀਰ ਛੱਡ ਦੇਵੇਂਗਾ ਨਾ, ਫਿਰ ਤੈਨੂੰ ਬੈਕੁੰਠ ਵਿੱਚ ਪਹੁੰਚਾ ਦਿਆਂਗੇ। ਬੈਕੁੰਠ ਵਿੱਚ ਜਾ ਕੇ ਆਨੰਦ ਲਵੀਂ। ਹੁਣ ਦੁਨੀਆ ਦੇ ਇਹ ਥੋੜ੍ਹੇ ਬਹੁਤੇ ਦੁੱਖ ਸਹਾਰ ਲੈਣੇ ਚਾਹੀਦੇ, ਇਹ ਤੁਸੀਂ ਸਹਾਰ ਲੈਣਾ ਕਰੋ। ਇਹ ਗੱਲ ਜਦੋਂ ਸੁਣੀ ਨਾ ਭਗਤ ਸਦਨਾ ਜੀ, ਫਿਰ ਅੱਗੋਂ ਜਵਾਬ ਦਿੰਦੇ, ਕਹਿਣ ਲੱਗੇ ਹੈ ਪ੍ਰਮਾਤਮਾ, ਏਕ ਬੂੰਦ ਜਲ ਕਾਰਨੇ, ਇੱਕ ਸਵੰਤੀ ਬੂੰਦ ਵਾਸਤੇ, ਜਿਹੜੀ ਸਵੰਤੀ ਬੂੰਦ ਹੈ ਉਹਦੇ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਚਾਤ੍ਰਿਕ ਦੁੱਖ ਪਾਵੈ। ਚਾਤ੍ਰਿਕ ਨਾਮ ਗੁਰਮੁਖੋ ਬਬੀਹੇ ਦਾ ਹੈ, ਜਿਸ ਨੂੰ ਪਪੀਹਾ ਕਿਹਾ ਜਾਂਦਾ, ਬਬੀਹਾ ਕਿਹਾ ਜਾਂਦਾ ਹੈ। ਕਹਿਣ ਲੱਗੇ ਬਬੀਹਾ ਜਿਹੜਾ ਹੈ ਨਾ, ਉਹ ਵਿਚਾਰਾ ਹਰ ਵੇਲੇ ਪ੍ਰਯੋ ਕਰਦਾ ਰਹਿੰਦਾ। ਪਰਮਾਤਮਾ ਸਵੰਤੀ ਬੂੰਦ ਦੇ, ਪਰਮਾਤਮਾ ਸਵੰਤੀ ਬੂੰਦ ਦੇ, ਮੇਰੀ ਪਿਆਸ ਬੁਝੇ। ਸਦਨਾ ਜੀ ਕਹਿਣ ਲੱਗੇ ਕੇਵਲ ਇੱਕ ਸਵੰਤੀ ਬੂੰਦ ਵਾਸਤੇ ਵਿਚਾਰਾ ਬਬੀਹਾ ਹਰ ਵੇਲੇ ਉਹ ਸਵੰਤੀ ਬੂੰਦ ਦੀ ਇੱਛਾ ਰੱਖ ਕੇ ਪ੍ਰਯੋ ਕਰਦਾ ਹੈ। ਪ੍ਰਾਣ ਗਏ ਸਾਗਰ ਮਿਲੈ, ਵਿਚਾਰਾ ਦੁੱਖ ਪਾਉਂਦਾ ਹੈ। ਜੇ ਮੰਨ ਲਓ ਵੀ ਬਬੀਹੇ ਦੇ ਪ੍ਰਾਣ ਨਿਕਲ ਜਾਣ, ਸਵੰਤੀ ਬੂੰਦ ਮਿਲੇ ਨਾ, ਉਹਦੀ ਜਾਨ ਨਿਕਲ ਜਾਵੇ, ਬਬੀਹਾ ਜਾਵੇ ਮਰ, ਤੇ ਮੁੜ ਕੇ ਬਾਅਦ ਵਿੱਚ ਕੋਈ ਸਮੁੰਦਰ ਭਰ ਕੇ ਲੈ ਆਵੇ ਵੀ ਲਓ ਬਬੀਹਾ ਜੀ, ਆਹ ਸਮੁੰਦਰ ਸਾਰਾ ਸਵੰਤੀ ਬੂੰਦ ਦਾ ਹੀ ਭਰਿਆ ਪਿਆ ਹੈ। ਤੇ ਉਸ ਵੇਲੇ ਭਗਤ ਸਦਨਾ ਜੀ ਕਹਿਣ ਲੱਗੇ, ਕਹਿੰਦੇ ਪ੍ਰਾਣ ਗਏ, ਜਾਨ ਨਿਕਲ ਗਈ ਬਬੀਹੇ ਦੀ, ਸਾਗਰ ਮਿਲੇ, ਬਾਅਦ ਵਿੱਚ ਸਮੁੰਦਰ ਭਰ ਗਿਆ ਸਵੰਤੀ ਬੂੰਦ ਦਾ। ਤੇ ਕਹਿਣ ਲੱਗੇ ਫੁਨ ਕਾਮ ਨਾ ਆਵੇ। ਫਿਰ ਉਹ ਕਿਹੜੇ ਕੰਮ ਆਇਆ ਭਾਈ? ਫਾਇਦਾ ਤੇ ਤਾਂ ਸੀ ਜੇ ਬਬੀਹੇ ਦੇ ਜਿਉਂਦਿਆਂ ਸਵੰਤੀ ਬੂੰਦ ਮਿਲਦੀ ਤੇ ਉਹਨੂੰ ਜ਼ਿੰਦਗੀ ਮਿਲ ਜਾਂਦੀ। ਜਦੋਂ ਹੁਣ ਬਬੀਹਾ ਹੀ ਮਰ ਗਿਆ ਹੈ, ਹੁਣ ਬਾਅਦ ਵਿੱਚ ਸਮੁੰਦਰ ਦਾ ਕੀ ਕਰਨਾ ਹੈ? ਫਿਰ ਇੰਨੀਆਂ ਸਵੰਤੀ ਬੂੰਦਾਂ ਦਾ ਕੀ ਕਰਨਾ ਹੈ? ਫਿਰ ਤੇ ਕੋਈ ਲਾਭ ਨਾ ਹੋਇਆ। ਇਸ ਤਰ੍ਹਾਂ ਮੈਂ ਹੁਣ ਦੁੱਖ ਸਹਾਰ ਕੇ ਮਰ ਗਿਆ, ਤੇ ਤੁਸੀਂ ਆਖਦੇ ਹੋ ਵੀ ਕੋਈ ਨਹੀਂ ਦੁੱਖ ਸਹਾਰ ਕੇ ਮਰ ਜਾ, ਮੈਂ ਤੈਨੂੰ ਬਾਅਦ ਵਿੱਚ ਬੈਕੁੰਠ ਵਿੱਚ ਲੈ ਜਾਵਾਂਗਾ। ਤੇ ਬਾਅਦ ਵਿੱਚ ਬੈਕੁੰਠ ਦਾ ਮੈਂ ਕੀ ਕਰਨਾ? ਜੇ ਤੁਸੀਂ ਮੈਨੂੰ ਇੱਥੇ ਨਹੀਂ ਦੁੱਖਾਂ ਤੋਂ ਛੁਡਾ ਸਕਦੇ, ਤੇ ਫਿਰ ਬੈਕੁੰਠ ਦਾ ਵੀ ਮੈਂ ਕੀ ਕਰਨਾ ਹੈ? ਇਸ ਕਰਕੇ ਹੇ ਭਗਵਾਨ ਜੀ ਮੇਰੇ 'ਤੇ ਕਿਰਪਾ ਕਰੋ। ਜਦੋਂ ਭਗਤ ਸਦਨਾ ਜੀ ਇਹ ਬੇਨਤੀ ਕਰਦੇ ਪਏ, ਉਸ ਵੇਲੇ ਭਗਵਾਨ ਜੀ ਨੇ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ ਸਦਨਿਆ, ਮੈਂ ਤੇਰੀ ਸਹਾਇਤਾ ਕਰਾਂਗਾ ਜ਼ਰੂਰ, ਪਰ ਥੋੜ੍ਹਾ ਜਿਹਾ ਠਹਿਰ ਜਾ, ਥੋੜ੍ਹਾ ਰੁਕ ਤੇ ਜਾ ਨਾ, ਤੂੰ ਤੇ ਬੜੀ ਕਾਹਲੀ ਮਚਾ ਦਿੱਤੀ ਹੈ, ਇੰਨੀ ਜਲਦੀ ਨਾ ਕਰ, ਮੈਨੂੰ ਥੋੜ੍ਹਾ ਜਿਹਾ ਸਮਾਂ ਦੇ, ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਜਦੋਂ ਇਹ ਬਚਨ ਆਖੇ ਤੇ ਫਿਰ ਭਗਤ ਸਦਨਾ ਜੀ ਅੱਗੋਂ ਜਵਾਬ ਦਿੰਦੇ, ਕਿਉਂਕਿ ਭਗਤਾਂ ਦਾ ਤੇ ਰੱਬ ਦਾ ਪਿਆਰ ਜਿਹੜਾ ਨਾ ਪਿਓ ਪੁੱਤਰ ਵਾਲਾ ਬਣ ਜਾਂਦਾ ਹੈ, ਮਿੱਤਰਾਂ ਵਾਲਾ ਬਣ ਜਾਂਦਾ ਹੈ। ਜੇ ਭਗਵਾਨ ਜੀ ਅੱਗੋਂ ਬਹਾਨਾ ਲਾਉਂਦੇ ਨਾ ਵੀ ਥੋੜ੍ਹਾ ਠਹਿਰ, ਕੋਈ ਨਹੀਂ ਮੈਂ ਮਦਦ ਕਰਦਾ, ਤੇ ਭਗਤ ਜੀ ਨੇ ਉਸੇ ਵੇਲੇ ਫਿਰ ਜਵਾਬ ਦਿੱਤਾ। ਅੱਗੋਂ ਬਚਨ ਕਰਦੇ ਹਨ, ਪ੍ਰਾਣ ਜੋ ਥਾਕੇ ਥਿਰ ਨਹੀਂ। ਕਹਿਣ ਲੱਗੇ ਭਗਵਾਨ ਜੀ ਮੇਰੇ ਪ੍ਰਾਣ ਥੱਕ ਗਏ ਇਸ ਵੇਲੇ, ਇਹ ਕੰਧ ਤੇ ਮੇਰੇ ਮੋਢਿਆਂ ਦੇ ਆ ਚੱਲੀ ਹੈ, ਮਿਸਤਰੀ ਦਵਾ ਦਵ ਲੱਗੇ ਹੋਏ ਕੰਧ ਕਰਨ ਵਾਸਤੇ, ਤੇ ਮੇਰਾ ਤੇ ਸਾਹ ਘੁੱਟਦਾ ਪਿਆ, ਮੇਰੇ ਕੋਲ ਥੋੜ੍ਹੇ ਜਿਹੇ ਸਾਹ ਰਹਿ ਗਏ ਨੇ, ਤੁਸੀਂ ਆਖਦੇ ਹੋ ਵੀ ਠਹਿਰ ਜਾ, ਮੈਂ ਠਹਿਰ ਕਿਵੇਂ ਜਾਵਾਂ? ਪ੍ਰਾਣ ਜੋ ਥਾਕੇ, ਮੇਰੇ ਸਾਹ ਥੱਕ ਚੱਲੇ, ਮੇਰਾ ਸਰੀਰ ਵੀ ਥੱਕ ਚੱਲਿਆ। ਕਹਿਣ ਤੋਂ ਭਾਵ ਵੀ ਸਾਹ ਘੁੱਟਣ ਹੀ ਲੱਗ ਪਏ, ਹੁਣ ਤੇ ਮੌਤ ਬੜੀ ਨੇੜੇ ਆ ਗਈ ਹੈ। ਥਿਰ ਨਹੀਂ ਮਹਾਰਾਜ, ਹੁਣ ਨਹੀਂ ਜੇ ਮੇਰੇ ਤੋਂ ਟਿਕਿਆ ਜਾਂਦਾ। ਤੁਸੀਂ ਹੁਣ ਬਿਲਕੁਲ ਇਹ ਗੱਲ ਨਾ ਕਹੋ ਵੀ ਠਹਿਰ ਜਾ, ਮਹਾਰਾਜ ਠਹਿਰਨ ਦਾ ਸਮਾਂ ਕੋਈ ਨਹੀਂ ਰਹਿ ਗਿਆ, ਬਿਲਕੁਲ ਠਹਿਰ ਨਹੀਂ ਸਕਦਾ। ਹਾਂ ਕੈਸੇ ਬਿਰਮਾਵੋ, ਮਹਾਰਾਜ ਬਿਰਮਾਵੋ ਤੋਂ ਭਾਵ ਹੁੰਦਾ ਤੁਸੀਂ ਮੈਨੂੰ ਪਰਚਾਉਂਦੇ ਪਏ ਹੋ। ਸਾਡੇ ਘਰ ਛੋਟਾ ਜਿਹਾ ਬੱਚਾ ਹੈ ਨਾ, ਬੱਚਾ ਕੋਈ ਜਿੱਦ ਕਰੇ ਵੀ ਆਹ ਚੀਜ਼ ਲੈ ਕੇ ਦਿਓ, ਆਪਾਂ ਆਖਦੇ ਕੋਈ ਨਹੀਂ ਕੱਲ੍ਹ ਨੂੰ ਜਾਵਾਂਗੇ, ਪਰਸੋਂ ਜਾਵਾਂਗੇ, ਜਦੋਂ ਫਲਾਣੀ ਥਾਂ 'ਤੇ ਜਾਵਾਂਗੇ ਨਾ ਫਿਰ ਤੈਨੂੰ ਲੈ ਕੇ ਦੇਵਾਂਗੇ। ਬੱਚੇ ਨੂੰ ਪਰਚਾ ਦੇਈਦਾ ਨਾ ਵੀ ਚੱਲ ਕੋਈ ਨਹੀਂ, ਇੱਕ ਵਾਰੀ ਚੇਤਾ ਭੁੱਲ ਗਿਆ ਫਿਰ ਇਹਨੂੰ ਯਾਦ ਨਹੀਂ ਆਉਣਾ। ਭਗਤ ਸਦਨਾ ਜੀ ਉਹ ਬਚਨ ਕਰਦੇ ਪਏ, ਕਹਿਣ ਲੱਗੇ ਮਹਾਰਾਜ ਤੁਸੀਂ ਮੈਨੂੰ ਬੱਚਿਆਂ ਦੇ ਵਾਂਗ ਪਰਚਾਉਂਦੇ ਪਏ ਹੋ ਵੀ ਖੜ ਜਾ, ਮੈਂ ਆਉਂਦਾ ਹਾਂ, ਮੈਂ ਕੱਲ੍ਹ ਨੂੰ ਆਵਾਂਗਾ, ਮੈਂ ਪਰਸੋਂ ਆਵਾਂਗਾ। ਮਹਾਰਾਜ ਇਹ ਪਰਚਾਉਣ ਵਾਲਾ ਕੰਮ ਛੱਡੋ, ਇੰਨੀ ਛੇਤੀ ਐਕਸ਼ਨ ਲੈਣ ਦਾ ਕੰਮ ਕਰੋ। ਤੁਸੀਂ ਤੇ ਆਖਦੇ ਹੋ ਵੀ ਕੋਈ ਗੱਲ ਨਹੀਂ, ਤੈਨੂੰ ਕਦੇ ਬੈਕੁੰਠ ਵਿੱਚ ਲੈ ਜਾਵਾਂਗੇ, ਕਦੇ ਤੈਨੂੰ ਇਹ ਸੁੱਖ ਦੇਵਾਂਗੇ, ਕਦੇ ਥੋੜ੍ਹਾ ਜਿਹਾ ਠਹਿਰ ਜਾ, ਮੈਨੂੰ ਤਿਆਰ ਹੋ ਲੈਣ ਦੇ ਫਿਰ ਮੈਂ ਆਵਾਂਗਾ।
ਮਹਾਰਾਜ ਇਹੋ ਜਿਹੇ ਪਰਚਾਉਣ ਵਾਲੇ ਕੰਮ ਨਾ ਕਰੋ, ਇਹ ਮੈਨੂੰ ਦਿਲਾਸਾ ਜਿਹਾ ਨਾ ਦਿਓ, ਕਿਰਪਾ ਕਰੋ ਛੇਤੀ ਨਾਲ ਐਕਸ਼ਨ ਲੈਣ ਦੀ ਗੱਲ ਕਰੋ, ਛੇਤੀ ਤੁਰੋ ਤੇ ਮੇਰੀ ਮਦਦ ਵਾਸਤੇ ਆਪ ਜੀ ਬੜੋ। ਮਹਾਰਾਜ ਇਹੋ ਜਿਹੇ ਬਚਨ ਨਾ ਕਰਨਾ ਕਰੋ। ਬੂਡ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ। ਉਸ ਵੇਲੇ ਭਗਤ ਜੀ ਨੇ ਫਿਰ ਦੂਜਾ ਬਚਨ ਕੀਤਾ, ਕਹਿਣ ਲੱਗੇ ਭਗਵਾਨ ਜੀ ਜੇ ਬੰਦਾ ਸਮੁੰਦਰ ਵਿੱਚ ਡੁੱਬਦਾ ਪਿਆ ਹੋਵੇ ਤੇ ਡੁੱਬਦੇ ਬੰਦੇ ਨੂੰ ਬੇੜੀ ਨਾ ਮਿਲੇ ਤੇ ਬੰਦਾ ਜਾਵੇ ਡੁੱਬ ਕੇ ਜਾਵੇ ਮਰ, ਤੇ ਮਰਨ ਤੋਂ ਬਾਅਦ ਵਿੱਚ ਕੋਈ ਬੰਦਾ 3-4 ਬੇੜੀਆਂ ਲੈ ਕੇ ਆ ਜਾਵੇ ਵੀ ਆ ਛੇਤੀ ਨੂੰ ਮੁਰਦੇ ਨੂੰ ਮੇਰੀ ਬੇੜੀ ਵਿੱਚ ਰੱਖ ਦਿਓ, ਦੂਜਾ ਆਖਦਾ ਮੇਰੀ ਬੇੜੀ ਵਿੱਚ ਰੱਖ ਦਿਓ। ਤੇ ਭਗਤ ਜੀ ਕਹਿਣ ਲੱਗੇ ਫਿਰ ਬੇੜੀਆਂ ਦਾ ਕੀ ਕਰਨਾ? ਬੇੜੀ ਤੇ ਚਾਹੀਦੀ ਸੀ ਪਹਿਲਾਂ ਵੀ ਉਹਨੂੰ ਡੁੱਬਣ ਤੋਂ ਬਚਾਉਂਦੇ, ਜਦੋਂ ਡੁੱਬ ਕੇ ਮਰ ਹੀ ਗਿਆ ਹੁਣ ਭਾਵੇਂ ਬੇੜੀ ਲੈ ਕੇ ਆਓ ਤੇ ਭਾਵੇਂ ਨਾ ਲੈ ਕੇ ਆਓ, ਹੁਣ ਉਹਦਾ ਫਾਇਦਾ ਕੋਈ ਨਹੀਂ ਹੈ। ਡੂਬ ਮੂਏ ਡੁੱਬ ਕੇ ਮਰ ਗਿਆ, ਸੋ ਬੂੜ ਮੂਏ ਬੁੱਢ ਕੇ ਡੁੱਬ ਕੇ ਮਰ ਗਿਆ। ਤੇ ਕਹਿਣ ਲੱਗੇ ਨੌਕਾ ਮਿਲੇ, ਨੌਕਾ ਨਾਮ ਬੇੜੀ ਦਾ, ਬਾਅਦ ਵਿੱਚ ਬੇੜੀ ਆ ਗਈ ਬਚਾਉਣ ਵਾਸਤੇ। ਕਹੋ ਕਾਹੇ ਚੜਾਵੋ, ਫਿਰ ਉਸ ਬੇੜੀ ਦੇ ਉੱਪਰ ਚੜਾਉਣਾ ਕਿਹਨੂੰ ਹੈ? ਮਰੀ ਹੋਈ ਲਾਸ਼ ਨੂੰ ਚੜਾਉਣਾ, ਜਿਉਂਦਾ ਬੰਦਾ ਤੇ ਮਰ ਗਿਆ। ਫਿਰ ਬੇੜੀ ਦੇ ਆਉਣ ਦਾ ਲਾਭ ਕੀ ਹੋਇਆ? ਜਦੋਂ ਭਗਤ ਜੀ ਨੇ ਇਹ ਬਚਨ ਕੀਤਾ ਨਾ ਤਰਕ ਦੇ ਸਹਿਤ, ਤੇ ਉਸ ਵੇਲੇ ਆਕਾਸ਼ਵਾਣੀ ਵਿੱਚ ਭਗਵਾਨ ਜੀ ਕਹਿਣ ਲੱਗੇ ਸਦਨਿਆ ਤੂੰ ਸਾਨੂੰ ਝਿੜਕਾਂ ਬੜੀਆਂ ਮਾਰਦਾ ਪਿਆ, ਇੱਕ ਪਾਸੇ ਸਾਨੂੰ ਆਖਦਾ ਵੀ ਬਚਾਓ ਮਹਾਰਾਜ ਛੇਤੀ ਕਰੋ, ਦੂਜੇ ਪਾਸੇ ਜੇ ਅਸੀਂ ਤੈਨੂੰ ਕਹਿੰਦੇ ਹਾਂ ਵੀ ਰੁਕ ਜਾ ਅਸੀਂ ਆਉਂਦੇ ਹਾਂ, ਤੂੰ ਅੱਗੋਂ ਝਿੜਕਾਂ ਦੇਣ ਲੱਗ ਪੈਂਦਾ, ਸ਼ਰੀਕਾਂ ਦੇ ਵਾਂਗ ਮਿਹਣੇ ਮਾਰਨ ਲੱਗ ਪੈਂਦਾ ਵੀ ਮਰਨ ਤੋਂ ਬਾਅਦ ਵਿੱਚ ਬੇੜੀ ਕੀ ਕਰਨੀ ਹੈ, ਬਬੀਹਾ ਮਰ ਗਿਆ ਤੇ ਫਿਰ ਸਮੁੰਦਰ ਦਾ ਕੀ ਕਰਨਾ ਹੈ, ਇਹ ਮਿਹਣੇ ਬੜੇ ਮਾਰਦਾ ਪਿਆ ਹੈ। ਉਸ ਵੇਲੇ ਭਗਤ ਸਦਨਾ ਜੀ ਫਿਰ ਨਿਮਰਤਾ ਦੇ ਨਾਲ ਕਹਿਣ ਲੱਗੇ ਨਹੀਂ ਭਗਵਾਨ ਜੀ ਐਸੀ ਗੱਲ ਨਹੀਂ ਹੈ, ਮੈਂ ਬਿਪਤਾ ਵਿੱਚ ਫਸਿਆ ਤਾਂ ਐਸੇ ਬਚਨ ਮੁਖੋਂ ਨਿਕਲੇ। ਤੇ ਬੜੀ ਨਿਮਰਤਾ ਦੇ ਨਾਲ ਆਖਦੇ ਹਨ ਮੈਂ ਨਾਹੀ ਕਛ ਹੋ ਨਹੀਂ। ਕਹਿਣ ਲੱਗੇ ਮਹਾਰਾਜ ਮੈਂ ਨਾਹੀ, ਮੈਂ ਕੋਈ ਸੂਰਜ ਥੋੜ੍ਹੀ ਹਾਂ ਵੀ ਮੈਂ ਮਰ ਜਾਵਾਂਗਾ ਤੇ ਕੱਲ੍ਹ ਨੂੰ ਹਨੇਰਾ ਹੋ ਜਾਣਾ। ਸਾਡੇ ਮਨ ਵਿੱਚ ਇਹ ਆ ਜਾਂਦਾ ਨਾ ਵੀ ਮੈਂ ਹੀ ਮੈਂ ਹਾਂ ਦੁਨੀਆ 'ਤੇ, ਵੀ ਜੇ ਮੈਂ ਨਾ ਰਿਹਾ ਤਾਂ ਦੁਨੀਆ 'ਚ ਹਨੇਰਾ ਹੋਵੇਗਾ। ਭਗਤ ਸਦਨਾ ਜੀ ਬਚਨ ਕਰਦੇ ਕਹਿਣ ਲੱਗੇ ਮੈਂ ਨਾਹੀ, ਮਹਾਰਾਜ ਮੈਂ ਥੋੜ੍ਹੀ ਹਾਂ ਕੁਝ ਵੀ ਮੈਂ ਮਰ ਗਿਆ ਤੇ ਕੱਲ੍ਹ ਨੂੰ ਹਨੇਰਾ ਹੋ ਜਾਣਾ, ਮੈਂ ਸੂਰਜ ਥੋੜ੍ਹੀ ਹਾਂ। ਮੈਂ ਨਾਹੀ, ਮੈਂ ਤੇ ਕੁਝ ਵੀ ਨਹੀਂ ਹਾਂ, ਮੈਂ ਕੁਝ ਨਹੀਂ, ਮੇਰੇ ਮਨ ਵਿੱਚ ਹੰਕਾਰ ਕੋਈ ਨਹੀਂ ਹੈ, ਮੈਂ ਨਿਮਰਤਾ ਦੇ ਨਾਲ ਆਖਦਾ ਹਾਂ ਕਛ ਹੋ ਨਹੀਂ। ਤੇ ਮਹਾਰਾਜ ਮੇਰੀ ਦੇਹ ਦੇ ਵਿੱਚ ਕੁਝ ਹੰਗਤਾ ਵੀ ਨਹੀਂ ਹੈ, ਹੰਕਾਰ ਵੀ ਕੋਈ ਨਹੀਂ ਵੀ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ, ਨਹੀਂ ਮੇਰੇ ਵਿੱਚ ਐਸਾ ਹੰਕਾਰ ਵੀ ਨਹੀਂ ਹੈ। ਕਿਛ ਆਹੇ ਨਾ ਮੋਰਾ, ਅਤੇ ਨਾ ਹੀ ਮੇਰੇ ਵਿੱਚ ਕਿਸੇ ਕੋਈ ਪਦਾਰਥ ਦਾ ਮਾਣ ਹੈ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ, ਮੇਰੇ ਕੋਲ ਇੰਨੀ ਜਾਣ ਪਛਾਣ ਹੈ, ਮੇਰੇ ਇੰਨੇ ਬੰਦੇ ਮੈਨੂੰ ਜਾਣਦੇ, ਨਹੀਂ ਮਹਾਰਾਜ ਮੇਰੇ ਵਿੱਚ ਤੇ ਕੁਝ ਵੀ ਨਹੀਂ ਹੈ, ਮੈਂ ਇਹਨਾਂ ਗੱਲਾਂ ਨੂੰ ਬਿਲਕੁਲ ਵਾਸਤੇ ਵੀ ਜਾਣਦਾ ਨਹੀਂ ਹਾਂ, ਬਸ ਤੇਰੇ ਅੱਗੇ ਫਰਿਆਦ ਹੈ ਵੀ ਮੇਰੇ ਤੇ ਕਿਰਪਾ ਕਰੋ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ ਮੈਂ ਨਾਹੀ ਮਹਾਰਾਜ ਮੈਂ ਨਾਹੀ, ਮੇਰਾ ਕੋਈ ਪੁੱਤਰ ਵੀ ਨਹੀਂ ਹੈ ਜਿਹੜਾ ਛੇਤੀ ਨਾਲ ਇੱਥੇ ਆ ਜਾਵੇ ਤੇ ਆਖੇ ਪਿਤਾ ਜੀ ਮੈਂ ਤੁਹਾਨੂੰ ਬਚਾ ਲੈਂਦਾ, ਨਹੀਂ ਮਹਾਰਾਜ ਜਿਸ ਕੰਧ ਤੇ ਮੈਨੂੰ ਖੜਾ ਕੇ ਇਹ ਚਿਣ ਕੇ ਮੈਨੂੰ ਮਾਰਨ ਲੱਗੇ ਨੇ, ਇਸ ਕੰਧ ਤੋਂ ਹੁਣ ਮੈਨੂੰ ਮੇਰੇ ਪੁੱਤਰ ਵੀ ਨਹੀਂ ਛੁਡਾ ਸਕਦੇ, ਮੈਂ ਨਾਹੀ ਮੇਰੇ ਪੁੱਤਰ ਵੀ ਮੈਨੂੰ ਇੱਥੋਂ ਛੁਡਾ ਨਹੀਂ ਸਕਦੇ ਹਨ। ਕਛ ਹੋ ਨਹੀਂ ਮਹਾਰਾਜ ਮੇਰੀ ਇਸਤਰੀ ਜਾਂ ਮੇਰੇ ਸਾਕ ਸੰਬੰਧੀ ਮੇਰੇ ਰਿਸ਼ਤੇਦਾਰ ਉਹ ਵੀ ਮੈਨੂੰ ਇੱਥੋਂ ਛੁਡਾ ਨਹੀਂ ਸਕਦੇ ਹਨ। ਕਿਛ ਆਹੇ ਨਾ ਮੋਰਾ, ਤੇ ਮਹਾਰਾਜ ਜੀ ਸਭ ਤੋਂ ਉਦਾਸ ਹੋ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮਹਾਰਾਜ ਮੇਰਾ ਤੇ ਕੁਝ ਨਹੀਂ ਵਿਗੜਨਾ ਹੈ, ਮੇਰੇ ਵਰਗੇ ਕਈ ਆਏ ਤੇ ਕਈ ਮਰ ਕੇ ਚਲੇ ਗਏ, ਪਾਤਸ਼ਾਹ ਜੀ ਮੇਰੇ ਮਰਨ ਦੇ ਨਾਲ ਕੋਈ ਬਹੁਤਾ ਵਿਗਾੜ ਨਹੀਂ ਪੈਣਾ ਹੈ, ਪਰ ਦੁਨੀਆ ਨੇ ਇਹ ਗੱਲ ਕਹਿਣਾ ਹੈ, ਦੁਨੀਆ ਨੇ ਇਹ ਗੱਲ ਆਖਣੀ ਹੈ ਵੀ ਭਗਤੀ ਰੱਬ ਦੀ ਤੋਛੀ ਹੈ, ਰੱਬ ਦੀ ਭਗਤੀ ਇੱਥੇ ਥੋੜ੍ਹੀ ਜਿਹੀ ਹੈ, ਭਗਤੀ ਕਰਨ ਦਾ ਕੀ ਲਾਭ ਹੈ ਕਿ ਰੱਬ ਤੇ ਭਗਤਾਂ ਨੂੰ ਛਡਾਉਂਦਾ ਹੀ ਨਹੀਂ ਹੈ। ਮਹਾਰਾਜ ਮੇਰੇ ਮਰਨ ਨਾਲ ਕੋਈ ਹਨੇਰਾ ਨਹੀਂ ਪੈ ਜਾਣਾ, ਪਰ ਦੁਨੀਆ ਨੇ ਇਹ ਗੱਲ ਕਹਿਣੀ ਹੈ ਕਿ ਰੱਬ ਦੀ ਭਗਤੀ ਤੇ ਬੜੀ ਥੋੜ੍ਹੀ ਤਾਕਤ ਰੱਖਦੀ ਹੈ, ਕਿਉਂਕਿ ਭਗਤੀ ਕਰਨ ਵਾਲਾ ਤੇ ਛੁੱਟ ਹੀ ਨਹੀਂ ਸਕਦਾ ਹੈ, ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਅਵਸਰ ਲੱਜਾ ਰੱਖ ਲਿਓ। ਗੁਰਮੁਖੋ ਅਵਸਰ ਨਾਮ ਹੈ ਸਮੇਂ ਦਾ, ਪਰਮਾਤਮਾ ਹੁਣ ਸਮਾਂ ਹੈ, ਮੇਰੀ ਲਾਜ ਰੱਖੋ ਛੇਤੀ ਨਾਲ ਆ ਕੇ, ਇਹ ਨਾ ਕਹੋ ਵੀ ਠਹਿਰ ਜਾ ਮੈਂ ਆਉਂਦਾ ਹਾਂ, ਇਹ ਨਾ ਕਹੋ ਵੀ ਭਗਤ ਸਦਨਿਆ ਤੂੰ ਹੁਣ ਸਰੀਰ ਛੱਡ ਦੇ ਮੈਂ ਤੈਨੂੰ ਬੈਕੁੰਠ ਦੇ ਦਿਆਂਗਾ, ਨਹੀਂ ਮਹਾਰਾਜ ਐਸੇ ਨਾ ਬਚਨ ਕਰੋ ਆਪ ਜੀ,
ਜੇ ਬਬੀਹਾ ਸਵਾਂਤੀ ਬੂੰਦ ਤੋਂ ਬਿਨਾਂ ਤਰਸ ਤਰਸ ਕੇ ਮਰ ਜਾਵੇ, ਮੁੜ ਕੇ ਸਵਾਂਤੀ ਬੂੰਦ ਦਾ ਸਮੁੰਦਰ ਆ ਜਾਵੇਗਾ ਤੇ ਕੀ ਫਾਇਦਾ ਹੈ। ਜੇ ਬੰਦਾ ਕੋਈ ਪਾਣੀ ਵਿੱਚ ਡੁੱਬ ਕੇ ਮਰ ਜਾਵੇ, ਮਗਰੋਂ ਬੇੜੀ ਆ ਜਾਵੇ ਤੇ ਉਹਦਾ ਕੀ ਫਾਇਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ। ਅਵਸਰ ਨਾਮ ਹੈ ਸਮੇਂ ਦਾ। ਹੁਣ ਸਮਾਂ ਹੈ, ਛੇਤੀ ਦੇ ਨਾਲ ਤਤਕਾਲ ਮਹਾਰਾਜ ਫੈਸਲਾ ਲੈ ਕੇ ਮਹਾਰਾਜ ਮੇਰੀ ਲੱਜਾ ਰੱਖ ਲਓ, ਮੇਰੀ ਇੱਜ਼ਤ ਰੱਖ ਲਓ। ਸੋ ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮ ਮਾਰਾ। ਜਿਹੜੇ ਤੇਰੇ ਭਗਤਾਂ ਨੂੰ ਦੁੱਖ ਦਿੰਦੇ, ਉਹਨਾਂ ਨੂੰ ਆਪ ਜੀ ਨਾਸ ਕਰ ਦਿੰਦੇ। ਮਹਾਰਾਜ ਮੇਰੀ ਲੱਜਾ, ਮੇਰੀ ਇੱਜ਼ਤ, ਮੇਰੀ ਪੱਤ ਆਬਰੂ ਰੱਖਣਾ ਕਰੋ। ਸਦਨਾ ਜਨ ਤੋਰਾ। ਮੈਂ ਆਪ ਜੀ ਦਾ ਸਦਨਾ ਕਹੀਏ, ਮੈਂ ਆਪ ਜੀ ਦਾ ਸਦਨਾ ਨਾਮ ਦਾ ਭਗਤ ਹਾਂ, ਆਪ ਜੀ ਦਾ ਸੇਵਕ ਹਾਂ। ਸਦਨਾ ਜਨ ਕਹਿੰਦੇ ਭਗਤ ਨੂੰ, ਗੁਰਮੁਖ ਨੂੰ, ਦਾਸ ਨੂੰ, ਸੇਵਕ ਨੂੰ। ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਤੁਹਾਡਾ ਦਾਸ ਹਾਂ। ਮੈਨੂੰ ਆਪਣਾ ਦਾਸ ਜਾਣ ਕੇ, ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਮਹਾਰਾਜ ਅਪਾਰ ਬੇਅੰਤ ਬਖਸ਼ਿਸ਼ ਮੇਰੇ 'ਤੇ ਕਰੋ, ਇਸ ਮੁਸੀਬਤ ਤੋਂ ਬਚਾ ਲਓ। ਜਦੋਂ ਭਗਤ ਸਦਨਾ ਜੀ ਨੇ ਬੇਨਤੀ ਕੀਤੀ ਨਾ, ਇਹ ਬੇਨਤੀ ਫਿਰ ਰੱਬ ਦੇ ਦਰ 'ਤੇ ਪ੍ਰਵਾਨ ਹੋ ਗਈ। ਭਗਵਾਨ ਜੀ ਕਹਿਣ ਲੱਗੇ ਫਿਕਰ ਨਾ ਕਰ, ਮੈਂ ਤੈਨੂੰ ਇਸ ਕੰਧ ਵਿੱਚ ਨਹੀਂ ਮਰਨ ਦੇਵਾਂਗਾ। ਗੁਰਮੁਖੋ ਕਹਿਣ ਲੱਗੇ ਐਸੀ ਹਨੇਰੀ ਚੱਲੀ ਉਸ ਵੇਲੇ ਕਿ ਉਸ ਕਿਲੇ ਦੀਆਂ ਕੰਧਾਂ ਜਿਹੜੀਆਂ ਸਨ ਉਹ ਸਾਰੀਆਂ ਟੁੱਟ ਕੇ ਡਿੱਗਣੀਆਂ ਸ਼ੁਰੂ ਹੋ ਗਈਆਂ। ਕੋਈ ਇੱਟਾਂ ਉੱਡਦੀਆਂ ਨੇ, ਕਾਜ਼ੀਆਂ ਦੇ ਮੱਥੇ ਵਿੱਚ ਵੱਜਦੀਆਂ। ਕੁਝ ਇੱਟਾਂ ਨਿਕਲਦੀਆਂ ਨੇ, ਜਾ ਕੇ ਜਿਹੜੇ ਬ੍ਰਾਹਮਣ ਸਨ ਈਰਖਾ ਕਰਨ ਵਾਲੇ, ਉਹਨਾਂ ਦੇ ਮੱਥੇ ਵਿੱਚ, ਸਿਰ ਵਿੱਚ ਵੱਜਦੀਆਂ। ਕੁਝ ਇੱਟਾਂ ਐਸੀਆਂ ਨਿਕਲੀਆਂ ਜਿਹੜੀਆਂ ਰਾਜੇ ਔਰ ਉਹਦੀਆਂ ਫੌਜਾਂ ਦੇ ਸਿਰ ਵਿੱਚ ਜਾ ਕੇ ਵੱਜੀਆਂ। ਸਾਰਿਆਂ ਨੇ ਜਾਣ ਲਿਆ ਵੀ ਇਹ ਤੇ ਭਗਤ ਜੀ ਦਾ ਪ੍ਰਤਾਪ ਹੈ, ਇਹ ਤੇ ਬੜੇ ਵੱਡੇ ਭਾਰੀ ਭਗਤ ਨੇ, ਅਸੀਂ ਇਹਨਾਂ ਨੂੰ ਤਸੀਹੇ ਦੇ ਕੇ, ਦੁੱਖ ਦੇ ਕੇ ਮਾਰਨ ਲੱਗੇ ਹਾਂ। ਇਹ ਸਾਡੇ ਕੋਲੋਂ ਬੜੀ ਭਾਰੀ ਅਵੱਗਿਆ ਹੋਣ ਲੱਗੀ ਹੈ। ਜਦੋਂ ਇਸ ਤਰ੍ਹਾਂ ਦਾ ਉੱਥੇ ਭਗਤ ਜੀ ਨੇ ਪ੍ਰਤਾਪ ਵਿਖਾਇਆ, ਰਾਜੇ ਦੇ ਸਮੇਤ ਜਿੰਨੇ ਲੋਕ ਸਨ ਸਾਰੇ ਆ ਕੇ ਭਗਤ ਸਦਨਾ ਜੀ ਦੇ ਚਰਨਾਂ ਵਿੱਚ ਪੈ ਗਏ। ਕਹਿਣ ਲੱਗੇ ਜੀ ਮਾफ़ ਕਰ ਦਿਓ, ਸਾਡੇ ਕੋਲੋਂ ਗਲਤੀ ਹੋ ਚੱਲੀ, ਅਸੀਂ ਤੁਹਾਨੂੰ ਨਿਰਦੋਸ਼ ਹੁੰਦਿਆਂ ਹੋਇਆਂ ਵੀ ਇਸ ਕੰਧ ਵਿੱਚ ਚਿਣ ਕੇ ਮਾਰਨ ਲੱਗੇ ਸੀ, ਸਾਨੂੰ ਮਾफ़ ਕਰੋ। ਇਸ ਤਰ੍ਹਾਂ ਭਗਤ ਸਦਨਾ ਜੀ ਦੀ ਸ਼ਰਨ ਵਿੱਚ ਰਾਜਾ ਵੀ ਪੈ ਗਿਆ। ਜਿੰਨੇ ਈਰਖਾਲੂ ਸਨ ਉਹ ਵੀ ਸਾਰੇ ਆ ਕੇ ਸ਼ਰਨ ਵਿੱਚ ਪੈ ਕੇ ਉਹਨਾਂ ਨੇ ਮਾफ़ੀ ਮੰਗੀ ਹੈ। ਤੇ ਭਗਤ ਸਦਨਾ ਜੀ ਦੀ ਇਸ ਤਰ੍ਹਾਂ ਇੱਜ਼ਤ ਪਰਮਾਤਮਾ ਨੇ ਉਸ ਵੇਲੇ ਰੱਖ ਲਈ ਹੈ। ਇਹ ਉਸ ਵੇਲੇ ਭਗਤ ਸਦਨਾ ਜੀ ਨੇ ਸ਼ਬਦ ਉਚਾਰਿਆ ਹੈ, ਜਿਸ ਵੇਲੇ ਉਹਨਾਂ ਨੂੰ ਕੰਧ ਵਿੱਚ ਚਿਣ ਕੇ ਮਾਰਨ ਦਾ ਰਾਜੇ ਵੱਲੋਂ ਹੁਕਮ ਹੋਇਆ ਵੀ ਇਹ ਕੰਧ ਰਾਤ ਨੂੰ ਢਹਿ ਜਾਂਦੀ ਹੈ, ਸਵੇਰੇ ਬਣਾਉਣੀ ਪੈਂਦੀ ਹੈ, ਇਹ ਕਾਰਨ ਕੀ ਹੈ। ਤੇ ਉਸ ਵੇਲੇ ਦੱਸਿਆ ਜੋਤਸ਼ੀਆਂ ਨੇ, ਈਰਖਾ ਦੇ ਵੱਸ ਹੋ ਕੇ ਵੀ ਇੱਥੇ ਬਲੀ ਦੇਣੀ ਪਵੇਗੀ, ਤੇ ਸਦਨਾ ਉਹਦਾ ਨਾਮ ਹੋਵੇ ਤੇ ਕੰਮ ਕਸਾਈ ਦੇ ਕਰਦਾ ਹੋਵੇ, ਇਹੋ ਜਿਹਾ ਬੰਦਾ ਲੱਭ ਕੇ ਉਹਦੀ ਇੱਥੇ ਬਲੀ ਦਿਓ ਤੇ ਫਿਰ ਇਹ ਕੰਧ ਡਿੱਗੇਗੀ ਨਹੀਂ। ਰਾਜੇ ਨੇ ਹੁਕਮ ਉਸੇ ਵੇਲੇ ਦਿੱਤਾ ਵੀ ਲਿਆਓ ਭਾਈ ਕਿਹੜਾ ਸਦਨਾ ਕਸਾਈ ਹੈ। ਭਾਈ ਸਦਨਾ ਜੀ ਨੂੰ ਫੜ ਕੇ ਜਦੋਂ ਕੰਧ ਵਿੱਚ ਚਿਣ ਕੇ ਮਾਰਨ ਲੱਗੇ, ਫਿਰ ਉਹਨਾਂ ਨੇ ਇਹ ਸ਼ਬਦ ਪੜ੍ਹਿਆ। ਕਹਿਣ ਲੱਗੇ ਹੈ ਪਰਮਾਤਮਾ ਕਰ ਕਿਰਪਾ, ਤੂੰ ਜਿਹੜੇ ਭੇਖਧਾਰੀ ਬੰਦੇ ਨੇ ਉਹਨਾਂ ਦੀ ਵੀ ਰੱਖਿਆ ਕੀਤੀ ਹੈ, ਮੈਂ ਤੇ ਤੇਰਾ ਅਸਲੀ ਭਗਤ ਹਾਂ, ਮੇਰੀ ਰੱਖਿਆ ਕਰ, ਮੈਨੂੰ ਬਚਾ ਇਸ ਮੁਸੀਬਤ ਵਿੱਚੋਂ। ਸੋ ਉਸ ਵੇਲੇ ਭਗਵਾਨ ਜੀ ਨੇ ਬੇਨਤੀ ਸੁਣ ਕੇ ਭਗਤ ਜੀ ਦੀ ਇਹ ਰੱਖਿਆ ਕੀਤੀ ਹੈ। ਇਹ ਸ਼ਬਦ ਭਾਈ ਸਦਨਾ ਜੀ ਦਾ, ਭਗਤ ਸਦਨਾ ਜੀ ਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਹੀ ਸ਼ਬਦ ਇਹਨਾਂ ਦਾ ਇਹ ਦਰਜ ਹੋਇਆ ਹੈ। ਭਗਤ ਸਦਨਾ ਜੀ ਦਾ ਇੱਕੋ ਹੀ ਸ਼ਬਦ ਜਿਹੜਾ ਆਪਾਂ ਅੱਜ ਸਰਵਨ ਕਰ ਲਿਆ ਹੈ। ਔਰ ਭਗਤ ਸਦਨਾ ਜੀ ਭਗਤ ਨਾਮਦੇਵ ਜੀਆਂ ਦੇ ਸਮਕਾਲੀ ਭਗਤ ਹੋਏ ਨੇ। ਜਦੋਂ ਭਗਤ ਨਾਮਦੇਵ ਜੀ ਹੋਏ ਨੇ ਨਾ, ਉਦੋਂ ਹੀ ਇਹ ਭਗਤ ਸਦਨਾ ਜੀ ਹੋਏ ਨੇ। ਔਰ ਇਹਨਾਂ ਦੇ ਪੂਰਾ ਜਨਮ ਤਰੀਕ ਦਾ ਨਹੀਂ ਪਤਾ ਲੱਗਦਾ ਹੈ ਵੀ ਅਸਲੀ ਜਨਮ ਤਰੀਕ ਕੀ ਹੈ। ਕੇਵਲ ਵਿਚਾਰ ਹੈ ਵਿਦਵਾਨਾਂ ਦਾ ਵੀ ਇਹ ਭਗਤ ਨਾਮਦੇਵ ਦੇ ਸਮੇਂ ਹੀ ਇਸ ਦੁਨੀਆ 'ਤੇ ਭਗਤ ਹੋਏ ਨੇ। ਐਸੇ ਭਗਤ ਸਨ ਜਿਨ੍ਹਾਂ ਨੇ ਐਸੀ ਕਿਰਪਾ ਕੀਤੀ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬਚਨ ਲਿਖੇ ਸਨ ਕਿ ਸਰਹੰਦ ਦੇ ਨੇੜੇ ਉਹਨਾਂ ਦਾ ਮਕਬਰਾ ਬਣਿਆ ਹੈ, ਜਿੱਥੇ ਉਹਨਾਂ ਨੇ ਆਪਣਾ 5 ਭੌਤਿਕ ਸਰੀਰ ਤਿਆਗਿਆ ਹੈ। ਉਹਨਾਂ ਦਾ ਦਿਉਰਾ ਸਾਹਿਬ ਵਿਦਵਾਨ ਹੈ, ਸੰਗਤਾਂ ਦਰਸ਼ਨ ਕਰਦੀਆਂ। ਕੁਝ ਵਿਦਵਾਨਾਂ ਦਾ ਵਿਚਾਰ ਇਹ ਹੈ ਕਿ ਇੱਥੇ ਰਾਜੇ ਨੇ ਇਹਨਾਂ ਨੂੰ ਕੈਦ ਕੀਤਾ ਸੀ ਕੁਝ ਸਮੇਂ ਵਾਸਤੇ, ਔਰ ਇਹਨਾਂ ਦੇ ਹੱਥ ਵੱਢੇ ਸਨ। ਫਿਰ ਇਹਨਾਂ ਨੂੰ ਨਿਰਦੋਸ਼ ਜਾਣ ਕੇ ਛੱਡ ਦਿੱਤਾ ਗਿਆ, ਔਰ ਪਰਮਾਤਮਾ ਨੇ ਕਿਰਪਾ ਕਰਕੇ ਫਿਰ ਦੁਬਾਰਾ ਇਹਨਾਂ ਦੇ ਹੱਥ ਉਸੇ ਤਰ੍ਹਾਂ ਸਹੀ ਸਲਾਮਤ ਕਰ ਦਿੱਤੇ। ਇਹ ਦੂਸਰੇ ਹੋਰ ਵਿਦਵਾਨਾਂ ਦੀ ਵੀ ਵਿਚਾਰ ਹੈ। ਐਸੇ ਭਗਤ ਸਦਨਾ ਜੀ ਹੋਏ ਹਨ। ਸੋ ਉਹਨਾਂ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਇਆ ਹੈ। ਇਸ ਰਾਗ ਦੇ ਵਿੱਚ ਭਗਤ ਰਵਿਦਾਸ ਜੀਆਂ ਦੇ 2 ਸ਼ਬਦ ਆਏ ਨੇ, ਭਗਤ ਨਾਮਦੇਵ ਜੀ ਦਾ 1 ਸ਼ਬਦ ਆਇਆ ਹੈ,
ਔਰ ਭਗਤ ਕਬੀਰ ਸਾਹਿਬ ਜੀਆਂ ਦੇ 12 ਸ਼ਬਦ ਇਸ ਰਾਗ ਵਿੱਚ ਆਏ ਨੇ। ਇੱਥੇ ਇਹ ਜੋ ਬਿਲਾਵਲ ਰਾਗ ਹੈ ਇਹ ਗੁਰਮੁਖੋਂ ਸੰਪੂਰਨ ਹੋਇਆ ਹੈ। ਕੱਲ੍ਹ ਨੂੰ ਮਹਾਰਾਜ ਕਿਰਪਾ ਕਰਨਗੇ ਗੌਂਡ ਰਾਗ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌਂਡ ਰਾਗ ਦੀ ਪ੍ਰਾਰੰਭਤਾ ਹੋਵੇਗੀ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।